ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਰਜੀਵ ਭਾਸਕਰ। ਭਾਸਕਰ ਸਾਹਿਬ ਜੀ ਆਇਆ। बहुत बहुत शुक्रिया रंधावा जी। ਭਾਸਕਰ ਸਾਹਿਬ ਲਾਲਾ ਲਾਲਾ ਹੋ ਗਈ ਜੇ, ਫੜ ਲਓ ਆ ਸੁਖਜਿੰਦਰ ਸਿੰਘ ਰੰਧਾਵਾ ਬਠਿੰਡੇ ਚ ਸੀਗੇ, ਕਹਿੰਦੇ ਹੁਣ ਬੇਅਦਬੀ ਮਾਮਲਿਆਂ ਦੇ ਵਿੱਚ ਦੋਸ਼ੀਆਂ ਦੇ ਅੰਦਰ ਜਾਣ ਦਾ ਸਮਾਂ ਆ ਗਿਆ। ਤੇ ਅਕਾਲੀ ਦਲ ਵਾਲੇ ਪ੍ਰੈਸ ਕਾਨਫਰੰਸ ਕਰਦੇ ਮਹੇਸ਼ ਚੰਦਰ ਗਰੇਵਾਲ, ਪ੍ਰੇਮ ਸਿੰਘ ਚੰਦੂਮਾਜਰਾ ਔਰ ਦਲਜੀਤ ਚੀਮਾ, ਉਹ ਕਹਿੰਦੇ ਨੇ ਕਿ ਸਾਡੇ ਸਿਖਰਲੇ ਲੀਡਰ ਨੂੰ ਸੁਖਬੀਰ ਸਿੰਘ ਬਾਦਲ ਨੂੰ ਫਸਾਉਣ ਦੀ ਸਾਜ਼ਿਸ਼ ਰਚ ਲਈ ਗਈ ਆ ਤੇ ਉਹਦੇ ਵਿੱਚ ਚਰਨਜੀਤ ਸਿੰਘ ਚੰਨੀ ਔਰ ਸੁਖਜਿੰਦਰ ਸਿੰਘ ਰੰਧਾਵਾ ਸਿੱਧੂ ਦੀ ਡਾਇਰੈਕਸ਼ਨ ਤੇ ਕੰਮ ਕਰ ਰਹੇ ਆ। 164 ਦੇ ਬਿਆਨਾਂ ਦਾ ਵੀ ਕਿਤੇ ਜ਼ਿਕਰ ਹੋਇਆ। ਕਨਸੋਆ ਇਹ ਵੀ ਆ ਕਿ ਸਾਰੀ ਦੀ ਸਾਰੀ ਵਿਉਂਤਬੰਦੀ ਹੋ ਚੁੱਕੀ ਆ। ਅੱਜ ਸੁਖਬੀਰ ਸਿੰਘ ਬਾਦਲ ਨੇ ਵੀ ਇਹ ਗੱਲ ਕਹਿਤੀ ਕਿ ਮੈਨੂੰ ਤੇ ਮਜੀਠੀਏ ਨੂੰ ਅੰਦਰ ਦੇਣ ਨੂੰ ਫਿਰਦੇ ਆ, ਪਰ ਇਹਨਾਂ ਕੋ ਹੋਣਾ ਕੱਖ ਨਹੀਂ, ਜੇ ਜੁਰਤਾ ਤੇ ਫੜ ਲਓ। ਲੇਕਿਨ ਜੇ ਇਹਦੇ ਨਾਲ ਨਾਲ ਤੁਸੀਂ ਹੋਰ ਫੜ ਲਓ ਦੀ ਗੱਲ ਕਰਨੀ ਹੋਵੇ ਤਾਂ ਕਾਲੀ ਕਾਲੀ ਦੇ ਵਿੱਚ ਕੇਜਰੀਵਾਲ ਸਾਹਿਬ ਨੇ ਆਪਣੇ ਸਿਟਿੰਗ 10 ਐਮਐਲਏ ਨੂੰ ਟਿਕਟਾਂ ਦੇਤੀਆਂ ਨੇ। ਤੇ ਚੀਮਾ ਸਾਹਿਬ ਜਿਹੜੇ ਦਲਜੀਤ ਚੀਮਾ ਨੇ ਅਕਾਲੀ ਦਲ ਵਾਲੇ, ਉਹ ਕਹਿੰਦੇ ਜੀ ਡਰਨ ਤੋਂ ਭੱਜਣ ਤੋਂ ਡਰੋ, ਟਿਕਟਾਂ ਦੇਈ ਜਾਂਦੇ ਹੋ, ਇਹਨਾਂ ਟਿਕਟਾਂ ਲੈ ਕੇ ਵੀ ਭੱਜ ਜਾਣਾ। ਰੌਲਾ ਰੱਪਾ ਇੰਨਾ ਵੱਧ ਗਿਆ ਕਿ ਨਸ਼ਿਆਂ ਦੇ ਮਾਮਲੇ 'ਚ 18 ਤਰੀਕ ਉਡੀਕਣ ਤੋਂ ਪਹਿਲਾਂ ਹੀ ਕਹਿੰਦੇ ਪਟਾਕਾ ਪੈ ਸਕਦਾ। ਜੇ ਨਹੀਂ ਤੇ ਸਰਕਾਰ 18 ਤਰੀਕ ਨੂੰ ਮਾਣਯੋਗ ਉੱਚ ਅਦਾਲਤ ਵਿੱਚ ਤਿਆਰੀ ਕਰਕੇ ਜਾਊਗੀ ਤੇ ਜੇਕਰ ਉੱਥੇ ਉਸ ਤੇ ਰਿਪੋਰਟਾਂ ਨਾ ਖੁੱਲੀਆਂ ਤਾਂ ਹੋ ਸਕਦਾ ਅਗਲੇ ਦਿਨ ਹੀ ਇਹਦੇ ਸੰਬੰਧੀ ਵੀ ਕੋਈ ਨਵੇਂ ਫੈਸਲੇ ਆ ਜਾਣ। ਹੁਣ ਗੱਲ ਕਿਸੇ ਸਿਰੇ ਲੱਗ ਜੂ, ਪਰ ਸਿਰੇ ਕਿਵੇਂ ਲੱਗ ਜੂ? ਇਹ ਪੋਲੀਟੀਕਲ ਵੰਡੈਟਾ ਹੈ, ਇਹ ਬਦਲੇ ਦੀ ਰਾਜਨੀਤੀ ਆ, ਜਾਂ ਫਿਰ ਸੱਚਮੁੱਚ ਹੁਣ ਇਹ ਕਲੀਅਰ ਹੋ ਗਿਆ ਕਿ ਟਕਰਾਅ ਦੋ ਧਿਰਾਂ 'ਚ ਹੋਣਾ। ਕਾਂਗਰਸ ਤੇ ਅਕਾਲੀ ਦਲ ਨੇ ਫਿਰ 22 'ਚ ਭਿੜਨਾ ਹੈ ਤੇ 22 ਤੋਂ ਪਹਿਲਾਂ ਸਕੋਰ ਸੈੱਟ ਕਰਨ ਦੀ ਇਹ ਰਣਨੀਤੀ ਹੈ। ਤੇ ਇਹ ਵੀ ਰਣਨੀਤੀ ਕਿ ਜਿਹੜੇ 4.5 ਸਾਲਾਂ ਦੇ ਦੋਸ਼ ਲੱਗਦੇ ਆ ਮਿਲ ਕੇ ਖੇਡਣ ਦੇ 75-25 ਵਾਲੇ ਜਾਂ ਬਾਕੀ ਸਾਰੇ, ਉਹਨਾਂ ਨੂੰ ਧੋਣ ਦਾ ਉਪਰਾਲਾ ਹੈ। ਮੈਨੂੰ ਦੱਸਿਓ ਕਿ ਅਕਾਲੀ ਦਲ ਦੇ ਇਹ ਫਿਕਰ ਕਿ ਸਾਨੂੰ ਇਹ ਸਾਜ਼ਿਸ਼ 'ਚ ਫਸਾ ਦੇਣਗੇ, ਸਾਡੇ ਦੋਵੇਂ ਵੱਡੇ ਲੀਡਰ ਉਹਨਾਂ ਦੇ ਖਿਲਾਫ ਸਾਜ਼ਿਸ਼ ਹੋ ਰਹੀ ਆ, ਇਹ ਉਹਨਾਂ ਦੇ ਨਿਰਮੂਲ ਆਧਾਰ ਨੇ ਜਾਂ ਇਹਦੇ 'ਚ ਦਮ ਆ? ਤੁਹਾਨੂੰ ਲੱਗਦਾ ਪੰਜਾਬ ਦੀ ਰਾਜਨੀਤੀ 'ਚ ਅਗਲੇ ਦਿਨਾਂ ਦੇ 'ਚ ਅੰਦਰ ਜਾਣ ਬਾਹਰ ਜਾਣ ਦਾ ਸਿਲਸਿਲਾ ਬਣ ਜਾਊ, ਜਾਂ ਦੇਖਾ ਦੇਖੀ ਇਹ ਗੱਲ ਵੀ ਗਾਂ ਦੀ ਗਾਂ ਨਿਕਲ ਜਾਊ? ਫਾਰ ਦਾ ਟਾਈਮ ਬੀਇੰਗ ਮਾਈਲੇਜ ਮਿਲ ਜੂ, ਫਾਰ ਦਾ ਟਾਈਮ ਬੀਇੰਗ ਇੰਜ ਲੱਗੂ ਸਿਖਰ ਤੇ ਪਾਰਾ, ਲੇਕਿਨ ਪਾਰਾ ਕਦੇ ਵੀ ਸਿਖਰ ਤੇ ਨਹੀਂ ਜਾਂਦਾ। ਕੀ ਕਹਿੰਦੇ ਹੋ ਰੰਧਾਵਾ ਜੀ, ਜਿਸ ਤਰੀਕੇ ਨਾਲ ਬੇਅਦਬੀਆਂ ਦੇ ਮੁੱਦੇ ਤੇ ਪੰਜਾਬ ਦੇ ਵਿੱਚ ਰਾਜਨੀਤੀ ਹੋਈ, 4.5 ਸਾਲ ਤੱਕ ਸਿੱਟ, ਫਿਰ ਕਈ ਕਮਿਸ਼ਨ, ਉਸ ਤੋਂ ਬਾਵਜੂਦ ਵੀ ਕਿਸੇ ਵੀ ਦੋਸ਼ੀ ਦਾ ਫੜੇ ਨਾ ਜਾਣਾ। ਕੁਝ ਕੇਸ ਹੋਏ ਜ਼ਰੂਰ ਡੇਰਾ ਪ੍ਰੇਮੀਆਂ ਦੇ ਖਿਲਾਫ, ਉਹਦੇ ਵਿੱਚ ਵੀ ਸੀਬੀਆਈ ਦੇ ਨਾਲ ਇੱਕ ਟਕਰਾਵ ਦੀ ਸਥਿਤੀ ਪੈਦਾ ਹੋ ਗਈ ਜਦ ਪੰਜਾਬ ਸਰਕਾਰ ਸੀਬੀਆਈ ਦੀ ਦਿੱਤੀ ਕਲੀਨ ਚਿੱਟ ਨੂੰ ਇਨਕਾਰ ਕਰਤਾ ਸੀ। ਉਹਨਾਂ ਨੇ ਕਿ ਅਸੀਂ ਨਹੀਂ ਮੰਨਦੇ ਕਿ ਵੀ ਜਿਹੜੇ ਦੋਸ਼ੀ ਅਸੀਂ ਫੜੇ ਨੇ ਜਾਂ ਜਿਨ੍ਹਾਂ ਦੇ ਖਿਲਾਫ FIR ਦਰਜ ਹੋਈ ਹੈ ਉਹ ਨਿਰਦੋਸ਼ ਨੇ। ਹੁਣ ਉਹ ਰਾਜਨੀਤੀ, ਉਹ ਗੱਲਾਂ ਉਸ ਦੌਰ ਤੇ ਪਹੁੰਚ ਗਈ ਕਿ 2 ਜਾਂ 3 ਮਹੀਨੇ ਬਾਅਦ ਇਲੈਕਸ਼ਨ ਹੈਗੇ। ਇਲੈਕਸ਼ਨ ਤੋਂ ਪਹਿਲੇ ਅਕਾਲੀ ਆਗੂਆਂ ਦਾ ਇਹ ਕਹਿਣਾ ਕਿ ਸਾਡੇ ਪ੍ਰਧਾਨ ਨੂੰ ਫੜਿਆ ਜਾ ਸਕਦਾ ਹੈ। ਦੂਜੇ ਪਾਸੇ ਚੰਨੀ ਉਹਨਾਂ ਦਾ ਵਿਧਾਨ ਸਭਾ ਦੇ ਪਟਲ ਤੇ ਇਹ ਗੱਲ ਕਹਿਣਾ ਕਿ ਬੜੀ ਛੇਤੀ ਬੇਅਦਬੀ ਦੇ ਦੋਸ਼ੀ ਅੰਦਰ ਹੋਣਗੇ। ਡਰੱਗ ਦੇ ਮੁੱਦਿਆਂ ਦੇ ਉੱਤੇ ਰਿਪੋਰਟ ਖੋਲਣ ਦੀ ਵੀ ਗੱਲਾਂ ਪੂਰੇ ਸਿਰੇ ਤੇ ਚੱਲ ਰਹੀਆਂ। ਮੈਨੂੰ ਇਹ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਵੀ ਇੱਕ ਵਾਰ ਇਹ ਗੱਲ ਕਹੀ ਸੀ ਕਿ ਕੁਝ ਮੁੱਦਿਆਂ ਨੂੰ ਅਸੀਂ ਅਖੀਰਲੇ 3-4 ਮਹੀਨਿਆਂ ਦੇ ਵਿੱਚ ਛੇੜਾਂਗੇ। ਚਲੋ ਉਹਨਾਂ ਨੇ ਨਹੀਂ ਛੇੜੇ, ਪਰ ਹੁਣ ਚੰਨੀ ਉਹਨਾਂ ਮੁੱਦਿਆਂ ਨੂੰ ਛੇੜਨ ਦੇ ਉੱਤੇ ਆ ਗਏ ਨੇ। ਔਰ 164 ਦੇ ਬਿਆਨਾਂ ਦਾ ਮਤਲਬ ਵੀ ਇਹ ਹੁੰਦਾ ਹੈ ਕਿ ਉਹ ਗਵਾਹ ਜਿਹੜੇ ਅਕਿਊਜ਼ ਦੇ ਖਿਲਾਫ ਹੈ ਉਹ ਕਦੀ ਮੁਕਰ ਨਾ ਸਕੇ। ਉਹਦੀ ਸਟੇਟਮੈਂਟ ਜੱਜ ਦੇ ਸਾਹਮਣੇ ਰਿਕਾਰਡ ਹੁੰਦੀ ਹੈ। ਉਹਦੇ ਆਧਾਰ ਤੇ ਅਗਰ ਕਿਸੇ ਆਰੋਪੀ ਦੇ ਖਿਲਾਫ ਐਕਸ਼ਨ ਲਿੱਤਾ ਜਾਂਦਾ ਹੈ ਤੇ ਉਹਨਾਂ ਐਕਸ਼ਨਾਂ ਦੇ ਵਿੱਚ ਜਿਹਨੂੰ ਕਹੀਏ ਕਿ ਬਈ ਜਸਟੀਫਾਈ ਕਰਨ ਵਾਸਤੇ ਉਹ 164 ਦੇ ਬਿਆਨ ਬੜੇ ਕੰਮ ਆਉਂਦੇ ਨੇ। ਲੱਗਦਾ ਹੈ ਕਿ ਬਈ ਪੂਰੀ ਇਹ ਇਨਫੋਰਮੇਸ਼ਨ ਲੀਕ ਹੋ ਗਈ ਹੈ, ਭਾਵੇਂ ਅਫਸਰਾਂ ਨੇ ਕੀਤੀ ਹੈ, ਲੀਡਰਾਂ ਨੇ ਕੀਤੀ ਹੈ, ਪਰ ਸੁਖਬੀਰ ਬਾਦਲ ਉਹਨਾਂ ਨੂੰ ਵੀ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਚੱਲ ਗਿਆ ਹੈ ਕਿ ਆਉਣ ਵਾਲੇ ਟਾਈਮ ਵਿੱਚ ਉਹਨਾਂ ਦੇ ਖਿਲਾਫ ਕੋਈ ਐਦਾਂ ਦੀ ਕਾਰਵਾਈ ਹੋ ਸਕਦੀ ਹੈ ਜਿਹਦੀ ਗੱਲ ਰੂਲਿੰਗ ਪਾਰਟੀ ਦੇ ਵਿੱਚ ਮੁੱਖ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਅੱਜ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਬਠਿੰਡੇ ਦੇ ਵਿੱਚ ਕਿਹਾ ਕਿ ਟਾਈਮ ਆ ਗਿਆ ਜਦ ਦੋਸ਼ੀਆਂ ਨੂੰ ਫੜਿਆ ਜਾ ਸਕੇ। ਭਾਸਕਰ ਸਾਹਿਬ ਜੀ, ਭਾਸਕਰ ਸਾਹਿਬ ਮੈਂ ਮਾਫੀ ਚਾਹੁੰਦਾ ਤੁਹਾਨੂੰ ਰੋਕਿਆ। ਇਹਦਾ ਇੱਕ ਪਹਿਲੂ ਬੜਾ ਦਿਲਚਸਪ ਹੈ। ਅੱਜ ਅਕਾਲੀ ਦਲ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਸਾਬਕਾ IG ਰਣਬੀਰ ਸਿੰਘ ਖੱਟੜਾ ਦਾ ਨਾਮ ਲਿਆ ਗਿਆ। ਤੁਹਾਨੂੰ ਯਾਦ ਹੋਊਗਾ ਕਿ ਰਣਬੀਰ ਸਿੰਘ ਖੱਟੜਾ ਦੇ ਪੁੱਤਰ ਸ਼ਾਇਦ ਸਤਵਿੰਦਰ ਸਿੰਘ ਖੱਟੜਾ ਅਕਾਲੀ ਦਲ ਦੇ ਉਮੀਦਵਾਰ ਸੀ ਪਿਛਲੀ ਵਾਰੀ, ਔਰ ਜਿੱਤ ਨਹੀਂ ਸੀ ਸਕੇ, ਲੇਕਿਨ ਥੋੜੇ ਦਿਨ ਪਹਿਲਾਂ ਉਹਨਾਂ ਨੇ ਰਿਜ਼ਾਈਨ ਕਰਤਾ ਪਾਰਟੀ ਤੋਂ, ਸਿਆਸਤ ਵੀ ਛੱਡਣ ਦਾ ਸ਼ਾਇਦ ਐਲਾਨ ਕੀਤਾ ਜਾਂ ਕੁਝ ਇਸ ਤਰ੍ਹਾਂ ਦੀ ਗੱਲ। ਅੱਜ ਅਕਾਲੀ ਦਲ ਰਣਬੀਰ ਸਿੰਘ ਖੱਟੜਾ ਨੂੰ ਵੀ ਕਹਿ ਰਿਹਾ
ਮਿਹਣਾ ਜਿਹਾ ਹੀ ਮਾਰਦਾ ਹੈ, ਕਿਉਂਕਿ ਇਹ ਉਹਨਾਂ ਦੇ ਵੀ ਨੇੜੇ ਰਹੇ ਆ ਤੇ ਅੱਜ ਕੱਲ ਸੁਖਜਿੰਦਰ ਸਿੰਘ ਰੰਧਾਵਾ ਦੇ ਕਾਫੀ ਨੇੜੇ ਨੇ। ਔਰ ਇਹ ਕਿਹਾ ਜਾ ਰਿਹਾ ਕਿ ਬੇਅਦਬੀ ਮਾਮਲਿਆਂ ਦੀ ਜਿਹੜੀ ਤਫਸੀਲੀ ਜਾਂਚ ਸੀ ਉਹ ਖੱਟੜਾ ਸਾਹਿਬ ਨੇ ਹੀ ਉਦੋਂ ਵੀ ਕੀਤੀ ਸੀ ਤੇ ਹੁਣ ਵੀ ਉਹੀ ਉਹਨਾਂ ਤਾਰਾਂ ਨੂੰ ਜੋੜਨ ਦਾ ਕੰਮ ਕਰ ਰਿਹਾ। ਉਹਨਾਂ ਨੇ ਕਿਹਾ ਕਿ ਤੁਸੀਂ ਤਾਂ ਕਹਿੰਦੇ ਸੀ ਕਿ ਸਾਡੇ ਤੇ ਕਿਸੇ ਸਰਕਾਰ ਦਾ ਦਬਾਅ ਹੈ ਨਹੀਂ, ਬਾਦਲਾਂ ਦੇ ਵੇਲੇ ਸਾਨੂੰ ਕਿਸੇ ਨੇ, ਬਾਦਲ ਗਵਰਨਮੈਂਟ ਦੇ ਵੇਲੇ ਸਾਨੂੰ ਕਿਸੇ ਨੇ ਪ੍ਰੈਸ਼ਰਾਈਜ਼ ਨਹੀਂ ਕੀਤਾ, ਹੁਣ ਕੀ ਹੋ ਗਿਆ? ਤੁਸੀਂ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 'ਚ ਵੀ ਜਾਂਚ ਦੇ ਮੁਖੀ ਸੀਗੇ, ਤੁਸੀਂ ਤਾਂ ਉਹਨਾਂ ਨੂੰ ਵੀ ਕਿਹਾ ਸੀ ਕਿ ਮੇਰੇ ਤੇ ਕਿਸੇ ਦਾ ਕੋਈ ਬਾਹਰੀ ਪ੍ਰੈਸ਼ਰ ਸੀਗਾ ਨਹੀਂ, ਤੇ ਅੱਜ ਤੁਸੀਂ ਜੋ ਕਰ ਰਹੇ ਹੋ, ਹੁਣ ਇਹ ਕਰ ਕੀ ਰਹੇ ਆ? ਇਹ ਅਕਾਲੀ ਦਲ ਨੇ ਵੀ ਕਲੀਅਰ ਨਹੀਂ ਕੀਤਾ, ਸਰਕਾਰ ਨੇ ਵੀ ਨਹੀਂ ਕੀਤਾ। ਰਣਬੀਰ ਸਿੰਘ ਖੱਟੜਾ ਰਿਟਾਇਰ ਹੋ ਚੁੱਕੇ ਆ ਕੁਝ ਮਹੀਨੇ ਪਹਿਲਾਂ, ਉਹ ਕੀ ਕਰ ਰਹੇ ਆ? ਇਹ ਵੀ ਬਹੁਤ ਦਿਲਚਸਪ ਆ ਦੇਖਣ ਵਾਲਾ ਕਿ ਆਖਰ ਉਹ ਕਿਹੜੀ ਹੁਣ ਜਾਂਚ ਅੰਦਰ ਖਾਤੇ ਕਰ ਰਹੇ ਆ। 164 ਦੇ ਕਿੰਨਾ ਲੋਕਾਂ ਦੇ ਬਿਆਨ ਹੋ ਰਹੇ ਆ, ਕਿਹਨਾਂ ਦੇ ਖਿਲਾਫ ਹੋ ਰਹੇ ਆ, ਸਾਜ਼ਿਸ਼ ਕਿਸ ਤਰ੍ਹਾਂ ਦੀ ਸੀਗੀ, ਕਿੱਦਾਂ ਦਾ ਪਰਦਾ ਚੱਕਿਆ ਗਿਆ, ਜਾਂ ਜਿਹੜੀ ਇਨਫੋਰਮੇਸ਼ਨ ਅਕਾਲੀ ਦਲ ਨੂੰ ਲੀਕ ਹੋਈ ਆ, ਜਿਹੜਾ ਇਹ ਛਟਪਟਾਹਟ ਆ, ਜਿਹੜੀ ਉਹਨਾਂ ਦੀ ਕਾਲੀ ਚ ਪ੍ਰੈਸ ਕਾਨਫਰੰਸ ਆ, ਕਿ ਕਿਸੇ ਵੱਡੇ ਲੀਡਰ ਦੇ ਖਿਲਾਫ ਕੋਈ ਪੁਖਤਾ ਸਬੂਤ ਸਾਹਮਣੇ ਆ ਗਿਆ, ਜਿਹੜੀ ਇਨਫੋਰਮੇਸ਼ਨ ਅਕਾਲੀ ਦਲ ਕੋਲ ਪਹੁੰਚ ਗਈ ਆ। ਇਹਦਾ ਮਤਲਬ ਉਹ ਤਰੀਕਾਕਾਰ ਜਿਹਦੇ ਵਿੱਚ ਕਿਸੇ ਲੀਡਰ ਨੂੰ ਫੜ ਕੇ ਅੰਦਰ ਦਿੱਤਾ ਜਾ ਸਕਦਾ, ਜਿਹਦੇ ਵਿੱਚ ਜ਼ਮਾਨਤ ਥੋੜੀ ਦੇਰ ਤੱਕ ਨਾ ਹੋਣ ਦੇ ਅਸਾਰ ਹੋਣ, ਪੋਲੀਟੀਕਲ ਵੰਡੈਟਾ ਤੋਂ ਅੱਗੇ ਜਾ ਕੇ ਵੀ ਕੁਝ ਹੋ ਸਕਦਾ ਹੋਵੇ। ਇਹ ਬਹੁਤ ਦਿਲਚਸਪ ਹੈ। ਇਹ ਨੀਝ ਲਾ ਕੇ ਦੇਖਣ ਵਾਲੀ ਪ੍ਰਕਿਰਿਆ ਕਿ ਕੀ ਪਿਛਲੇ ਦਿਨਾਂ 'ਚ ਸੁਖਜਿੰਦਰ ਸਿੰਘ ਰੰਧਾਵਾ ਦੀ ਚੁੱਪ ਨੇ ਅਕਾਲੀ ਦਲ ਦੇ ਜਾਂ ਅਕਾਲੀ ਦਲ ਦੀ ਲੀਡਰਸ਼ਿਪ ਦੇ ਖਿਲਾਫ ਕੋਈ ਐਸੇ ਸਬੂਤ ਇਕੱਠੇ ਕਰਨ ਦਾ, ਬੇਅਦਬੀ ਮਾਮਲਿਆਂ ਦੇ ਵਿੱਚ ਕੋਈ ਤਰਤੀਬਵਾਰ ਜਾਂਚ ਦੇ ਵਿੱਚ ਅੱਗੇ ਵਧਣ ਦਾ, ਇਹ ਸਾਰਾ ਕੰਮ ਕੀਤਾ ਹੈ। ਅਕਾਲੀ ਦਲ ਦੋਸ਼ ਲਾਉਂਦਾ ਹੈ ਕਿ ਮਾਣਯੋਗ ਉੱਚ ਅਦਾਲਤ ਨੇ ਕਿਹਾ ਸੀ ਕੋਈ ਸਰਕਾਰ ਕੋਈ ਦਖਲ ਨਾ ਦੇਵੇ ਇਹਦੇ 'ਚ, ਕੋਈ ਮੁੱਖ ਮੰਤਰੀ ਦਖਲ ਐਸਆਈਟੀ ਦੇ ਕੰਮਾਂ 'ਚ ਨਾ ਦੇਵੇ, ਔਰ ਰਾਦਰ ਐਸਆਈਟੀ ਨੂੰ ਉਹਦਾ ਪੁਲਿਸ ਮੁਖੀ ਵੀ, ਡੀਜੀਪੀ ਵੀ ਉਹਨੂੰ ਉਹਦੇ 'ਚ ਦਖਲਅੰਦਾਜ਼ੀ ਨਾ ਕਰੇ, ਨਿਰਪੱਖ ਜਾਂਚ ਹੋਵੇ। ਇਹ ਲੋਕ ਜਾਂਚ ਨੂੰ ਪ੍ਰਭਾਵਿਤ ਕਰ ਰਹੇ ਆ। ਹੁਣ ਸਾਨੂੰ ਨਹੀਂ ਪਤਾ ਅਕਾਲੀ ਦਲ ਨੂੰ ਇੱਕ ਇਨਫੋਰਮੇਸ਼ਨ ਕਿਸ ਪੱਧਰ ਤੇ ਮਿਲੀ ਆ, ਉਹਨਾਂ ਕੋਲ ਕੋਈ ਪੁਖਤਾ ਸਰੋਤ ਆ ਇਹਦਾ, ਲੇਕਿਨ ਜੋ ਕਿਹਾ ਜਾ ਰਿਹਾ ਇਹਦੇ 'ਚ ਮੈਂ ਤੁਹਾਡੀ ਟਿੱਪਣੀ ਚਾਹੁੰਦਾ ਹੈ ਕਿ ਸੱਚਮੁੱਚ ਅਕਾਲੀ ਦਲ ਲਈ ਵੱਡਾ ਸੰਕਟ ਖੜਾ ਹੋ ਗਿਆ, ਜਿਹੜਾ ਉਹਨਾਂ ਨੂੰ ਇਸ ਤਰ੍ਹਾਂ ਦੀ ਪ੍ਰੈਸ ਕਾਨਫਰੰਸ ਵਿੱਚ ਇਹ ਕਹਿਣਾ ਪਿਆ। ਤੇ ਵੱਡੀ ਗੱਲ ਕਿ ਉਹਨਾਂ ਦੀ ਅੱਖਾਂ ਦਾ ਤਾਰਾ ਰਹੇ ਅਫਸਰ ਰਣਬੀਰ ਸਿੰਘ ਖੱਟੜਾ ਦੂਜੇ ਖੇਮੇ ਦੇ ਵਿੱਚ ਕੋਈ ਬੈਟਿੰਗ ਕਰ ਰਹੇ ਆ, ਜਾਂ ਇਹਦੇ ਵਿੱਚ ਕੁਝ ਉਹਨਾਂ ਨੂੰ ਲੱਗਦਾ ਹੈ ਕਿ ਐਸਾ ਸੀ ਜਿਹੜਾ ਉਹਨਾਂ ਦੀ ਸਰਕਾਰ ਵੇਲੇ ਉਹਨਾਂ ਨੂੰ ਹੀ ਪਤਾ ਸੀ, ਜੇ ਉਹ ਰਿਵੀਲ ਹੋ ਗਿਆ, ਉਹਨਾਂ ਦੇ ਪੁਰਾਣੇ ਸਹਿਯੋਗੀ ਅਫਸਰ ਰਾਹੀਂ ਰਿਵੀਲ ਹੋ ਗਿਆ, ਤਾਂ ਨਿਕਲਣਾ ਔਖਾ। ਕੀ ਇੰਜ ਦਾ ਡਰ ਹੈ ਉਹਨਾਂ ਦੇ ਅੰਦਰ? ਬਿਲਕੁਲ ਡਰ ਤੇ ਹੈਗਾ, ਉਹ ਡਰ ਅੱਜ ਸਾਹਮਣੇ ਵੀ ਆਇਆ, ਕਿਉਂਕਿ ਰਣਬੀਰ ਸਿੰਘ ਖੱਟੜਾ ਉਹਨਾਂ ਪਹਿਲੀ ਜਿਹੜੀ ਐਸਆਈਟੀ ਬਣੀ ਸੀਗੀ ਬੇਅਦਬੀਆਂ ਦੇ ਮੁੱਦੇ ਤੇ, ਉਹਦੇ ਹੈੱਡ ਸੀਗੇ, ਔਰ ਅੱਜ ਤੱਕ ਥੋੜੀ ਬਹੁਤ ਸਫਲਤਾ ਜਿੰਨੀ ਕੋ ਮਿਲੀ ਸੀ ਉਹ ਵੀ ਰਣਬੀਰ ਸਿੰਘ ਖੱਟੜਾ ਉਹਨਾਂ ਦੇ ਖਾਤੇ 'ਚ ਬੋਲਦੀ ਸੀ ਕਿ ਜਿਹੜੇ ਇਹ ਡੇਰਾ ਪ੍ਰੇਮੀ 2-4 ਫੜੇ ਸੀਗੇ, ਭਾਵੇਂ ਉਹਦੇ ਵਿੱਚੋਂ ਮਹਿੰਦਰਪਾਲ ਬਿੱਟੂ ਉਹਨਾਂ ਦਾ ਜੇਲ੍ਹ ਦੇ ਵਿੱਚ ਮਰਡਰ ਹੋ ਜਾਂਦਾ ਹੈ, ਉਸ ਮਰਡਰ ਦੀ ਹਜੇ ਤੱਕ ਕਨਸਪੀਰੇਸੀ ਕੀ ਸੀ ਉਹ ਰਿਵੀਲ ਨਹੀਂ ਹੁੰਦੀ। ਹੁਣ 164 'ਚ ਬਿਆਨ ਹੋਏ ਨੇ, ਇਹ ਗੱਲ ਤੇ ਆਮ ਲੋਕਾਂ ਨੂੰ ਵੀ ਪਤਾ ਲੱਗ ਗਈ ਹੈ ਕਿਹੜੇ ਗਵਾਹ ਸੀਗੇ ਕਿਹਦੇ ਖਿਲਾਫ, ਇਹ ਗੱਲ ਸਾਹਮਣੇ ਆਣੀ ਬਾਕੀ ਹੈ। ਪਰ ਜਿਸ ਤਰੀਕੇ ਨਾਲ ਅਕਾਲੀ ਦਲ ਦੇ ਵੱਡੇ ਆਗੂਆਂ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਗੱਲ ਨੂੰ ਜਤਾਇਆ ਕਿ ਸਾਨੂੰ ਖਤਰਾ ਹੈ ਕਿ ਬੜੀ ਛੇਤੀ ਸਾਨੂੰ ਅਰੈਸਟ ਕੀਤਾ ਜਾ ਸਕਦਾ ਹੈ, ਤੇ ਉਹਦੇ ਵਿੱਚ ਲੱਗਦਾ ਇਹੀ ਹੈ ਕਿ ਆਉਣ ਵਾਲੇ ਟਾਈਮ ਵਿੱਚ ਅਕਾਲੀ ਦਲ ਦੇ ਉੱਤੇ ਵੱਡਾ ਐਕਸ਼ਨ ਹੋ ਸਕਦਾ ਹੈ, ਔਰ ਅਗਰ ਉਹ ਐਕਸ਼ਨ ਹੋਇਆ, ਇਹ ਮੈਂ ਮਾਫੀ ਚਾਹੁੰਦਾ, ਅਕਾਲੀ ਦਲ ਨਹੀਂ ਕਹਾਂਗੇ, ਜਿਹੜੇ ਬੇਅਦਬੀ ਮਾਮਲਿਆਂ ਦੇ ਵਿੱਚ ਕੋਈ ਰਿਲੇਟਡ ਲੋਕ ਹੋਣਗੇ, ਅਕਾਲੀ ਦਲ ਨੂੰ ਆਪਾਂ ਪੂਰੇ ਨੂੰ ਜੇ ਨਾ ਹੀ ਕਰੀਏ ਉਹਦੇ ਲਈ ਮਾਫੀ ਵੀ ਮੰਗ ਲੈਂਦੇ ਆ, ਕਿਉਂਕਿ ਮੈਨੂੰ ਇੰਝ ਲੱਗਦਾ ਕਿ ਕੋਈ ਵੀ ਜਮਾਤ, ਕੋਈ ਵੀ ਸੰਸਥਾ ਜਾਂ ਕੋਈ ਵੀ ਸਮੂਹ ਕਦੇ ਵੀ ਇਸ ਤਰ੍ਹਾਂ ਆਪਾਂ ਉਹਨੂੰ ਵਿੱਚ ਸ਼ਾਮਲ ਨਹੀਂ ਕਰ ਸਕਦੇ। ਲੇਕਿਨ ਜੇ ਕੋਈ ਜ਼ਿੰਮੇਵਾਰ, ਕਿਉਂਕਿ ਜੋ ਹਾਲਾਤ ਬਣ ਰਹੇ ਆ, ਅਕਾਲੀ ਦਲ ਖੁਦ ਕਹਿ ਰਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਸਾਜ਼ਿਸ਼ ਹੋ ਰਹੀ, ਸੋ ਇਹਦੇ ਉੱਤੇ ਤੁਸੀਂ ਅੱਗੇ ਵਧੋ ਜ਼ਰੂਰ। ਬਿਲਕੁਲ, ਜਿਹੜਾ ਜਦ ਅਸੀਂ ਅਕਾਲੀ ਦਲ ਦਾ ਨਾਂ ਲੈਂਦੇ ਆ, ਦੇਖੋ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਆਪ ਤੇ ਬੇਅਦਬੀ ਨਹੀਂ ਕੀਤੀ ਹੋਣੀ ਜੀ, ਅਗਰ ਉਹਨਾਂ ਦੇ ਕੋਈ ਤਾਰ ਜੁੜਦੇ ਹੋਣੇ ਤੇ ਕਿਸੇ ਵੀ ਗਵਾਹ ਨੇ ਉਹਨਾਂ ਦੇ ਖਿਲਾਫ ਕੋਈ ਸਬੂਤ ਜਾਂ ਕੋਈ ਬਿਆਨ ਦਿੱਤੇ ਹੋਣੇ ਜਿਹਦੇ ਆਧਾਰ ਦੇ ਉੱਤੇ ਸੁਖਬੀਰ ਬਾਦਲ ਦੇ ਖਿਲਾਫ ਐਕਸ਼ਨ ਲੈਣ ਦੀ ਤਿਆਰੀ ਹੈਗੀ ਹੈ, ਜਿਹਦੀ ਗੱਲ ਹੁਣ ਮੈਨੂੰ ਲੱਗਦਾ ਅਕਾਲੀਆਂ ਨੂੰ ਵੀ ਪਤਾ ਲੱਗ ਗਈ ਹੈ। ਔਰ ਕੱਲ ਦੀ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਤੁਸੀਂ ਇਹ ਦੇਖੋ ਕਿ ਚੰਨੀ ਉਹਨਾਂ ਦੀ, ਰੰਧਾਵਾ ਉਹਨਾਂ ਦੀ ਤੇ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਜਿਹੜੀ ਟੋਨ ਸੀਗੀ, ਉਸ ਟੋਨ ਤੋਂ ਵੀ ਕਾਫੀ ਕੁਝ ਪਤਾ ਲੱਗਦਾ ਸੀਗਾ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਬੜੇ ਵੱਡੇ ਐਕਸ਼ਨ ਲੈਣ ਦੀ ਤਿਆਰੀ ਹੈ, ਕਿਉਂਕਿ ਸਿੱਧੂ ਉਹਨਾਂ ਨੇ 2 ਮੁੱਦਿਆਂ ਦੇ ਉੱਤੇ ਏਜੀ ਨੂੰ ਵੀ ਚੇਂਜ ਕਰਾਤਾ ਸੀਗਾ, ਭਾਵੇਂ ਉਹ ਬੇਅਦਬੀਆਂ ਦੇ ਜਾਂਚ ਦਾ ਵਿਸ਼ਾ ਹੋਏ ਜਾਂ ਫਿਰ ਜਿਹੜਾ
ਜਿਹੜੇ ਡਰੱਗ ਦੇ ਕੇਸ ਸੀਗੇ। ਹੁਣ ਇਹ ਦੋਨੋਂ ਕੇਸ ਤਕਰੀਬਨ ਆਪਣੇ ਕਨਕਲੂਜਨ ਵੱਲ ਵੱਧ ਰਹੇ ਨੇ। ਅਕਾਲੀਆਂ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਉਹਨਾਂ ਦੇ ਵੱਡੇ ਆਗੂ ਨੂੰ ਫੜਿਆ ਜਾ ਰਿਹਾ ਹੈ। ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਉਹ ਵੀ ਕੁਝ ਬੇਚੈਨ ਜੇ ਨਜ਼ਰ ਆਉਂਦੇ ਨੇ। ਉਹ ਜਦ ਇਹ ਗੱਲ ਕਹਿੰਦੇ ਨੇ ਵੀ 18 ਤਰੀਕ ਨੂੰ ਠੋਕੋ ਤਾਲੂ ਨੂੰ ਕਹੋ ਕਿ ਕੋਰਟ 'ਚ ਪਹੁੰਚੇ ਔਰ ਖੜੇ ਹੋਏ ਮੇਰੇ ਸਾਹਮਣੇ, ਮੈਨੂੰ ਲੱਗਦਾ ਹੈ ਕਿ ਏਦਾਂ ਦੀ ਗੱਲਾਂ ਕਰਨ ਦੀ ਕੋਈ ਲੋੜ ਹੀ ਨਹੀਂ ਸੀ। ਉਹ ਗੱਲ ਆਪ ਕਹਿੰਦੇ ਨੇ ਕਿ ਫਾਲਤੂ ਦੀ ਗੱਲਾਂ ਕਰਨ ਦੀ ਲੋੜ ਨਹੀਂ, ਪਰ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਹੀ ਉਹ ਫਾਲਤੂ ਦੀ ਗੱਲਾਂ ਕਰਕੇ ਉਸ ਚੀਜ਼ ਨੂੰ ਇੱਕ ਸਿਆਸੀ ਟੋਨ ਦੇ ਵਿੱਚ ਬਦਲਣ ਦੀ ਕੋਸ਼ਿਸ਼ ਕਰ ਰਹੇ ਨੇ। ਇਹਦਾ ਮਤਲਬ ਭਾਸਕਰ ਸਾਹਿਬ ਕਿ 18 ਤਰੀਕ ਨੂੰ ਵਿਕਰਮ ਸਿੰਘ ਮਜੀਠੀਆ ਆਪ ਜਾਂ ਆਪਣੇ ਵਕੀਲਾਂ ਰਾਹੀਂ ਪੇਸ਼ ਹੋ ਸਕਦੇ ਆ। ਜਿਹੜੀ ਗੱਲ ਉਹ ਕਹਿ ਰਿਹਾ ਕਿ ਮੇਰੇ ਸਾਹਮਣੇ ਆਓ, ਇਹਦਾ ਮਤਲਬ ਹੈ ਕਿ ਉਸ ਦਿਨ ਧਿਰ ਵੀ ਬਣ ਸਕਦੇ ਹੋ ਜਾ ਕੇ, ਐਸੀ ਵੀ ਗੱਲ ਹੋ ਸਕਦੀ ਹੈ। ਇਹ ਸੰਭਾਵਨਾ ਹੋ ਸਕਦੀ। ਦੂਜੀ ਗੱਲ ਜਿਹੜੀ ਦਿਲਚਸਪ ਗੱਲ ਆ ਕਿ ਅਕਾਲੀ ਦਲ ਇਸ ਗੱਲ ਤੇ ਬੇਅਦਬੀ ਮਾਮਲਿਆਂ ਦੇ ਵਿੱਚ ਇੰਨਾ ਕਾਹਲ ਕਿਉਂ ਕਰ ਰਿਹਾ ਹੈ ਕਿ ਜਿਹੜੇ ਏਜੀ ਗੱਦੀਆਂ ਲਾਏ ਗਏ ਆ, ਜਿਹੜੇ ਏਜੀ ਕਦੇ ਬਾਦਲਕਿਆਂ ਦੇ ਨਾਲ ਵੀ, ਕਿਉਂਕਿ ਵਕੀਲਾਂ ਦਾ ਨਾਤਾ, ਵੱਡੇ ਵਕੀਲਾਂ ਦਾ ਨਾਤਾ ਵੱਡੇ ਕੇਸਾਂ ਤੇ ਵੱਡੇ ਲੋਕਾਂ ਨਾਲ ਰਹਿੰਦਾ ਹੀ ਆ, ਕਿ ਉਹਨਾਂ ਦੇ ਅੰਦਰ ਦਾ ਦਰਦ ਵੀ, ਕਿਉਂਕਿ ਜੇਕਰ ਸਰਕਾਰ ਦੇ ਪੱਧਰ ਤੇ ਕੋਈ ਸਲਾਹ ਮਸ਼ਵਰੇ ਹੋ ਰਹੇ ਸੀਗੇ ਜਾਂ ਕੁਝ ਵੀ ਸੀਗਾ ਤਾਂ ਕੀ ਉਹ ਏਜੀ ਦੀ ਸਲਾਹ ਤੋਂ ਬਿਨਾਂ ਹੀ ਸੀਗਾ? ਕਿਉਂਕਿ ਬੇਅਦਬੀ ਮਾਮਲਿਆਂ ਦੇ ਵਿੱਚ ਪਰਤ ਦਰ ਪਰਤ ਜਿੰਨਾ ਸਰਦਾਰ ਏਪੀਐਸ ਦਿਓਲ ਨੂੰ ਪਤਾ, ਸ਼ਾਇਦ ਕਿਸੇ ਦੂਜੇ ਨੂੰ ਨਾ ਪਤਾ ਹੋਵੇ, ਉਹ ਉਹਨਾਂ ਲੋਕਾਂ ਵੱਲੋਂ ਕੇਸ ਲੜਦੇ ਰਹੇ ਜਿਹੜੇ ਸਰਕਾਰ ਦੇ ਖਿਲਾਫ ਸੀਗੇ, ਜਿਹੜੇ ਇੱਕ ਪੁਲਿਸ ਦੇ ਐਸਐਚਓ ਸੀਗੇ, ਤੁਹਾਨੂੰ ਯਾਦ ਹੋਣਾ। ਇਹਦਾ ਮਤਲਬ ਹੈ ਕਿ ਦਿਓਲ ਸਾਹਿਬ ਦੇ ਜਾਣ ਤੋਂ ਬਾਅਦ ਕੀ ਅਕਾਲੀ ਦਲ ਨੂੰ ਉਹ ਕਲੂ ਸਾਰੇ ਮਿਲ ਗਏ ਕਿ ਇਸ ਤਰ੍ਹਾਂ ਦੀ ਕੋਈ ਗੱਲ ਬਾਹਰ ਚਲੇਗੀ ਜਿਹਦੇ ਵਿੱਚ ਇਹ ਕਲੀਅਰ ਹੋ ਗਿਆ ਕਿ ਇਹ ਲੜਾਈ ਹੁਣ ਸਾਡੇ ਗਲ ਪੈ ਚੁੱਕੀ ਆ, ਔਰ ਇਹਨਾਂ ਦਿਨਾਂ 'ਚ ਜਦੋਂ ਮਹੀਨੇ ਡੇਢ ਦੇ ਵਿੱਚ ਚੋਣ ਜਾਬਤਾ ਲੱਗਣ ਵਾਲਾ ਤੇ ਉਸ ਤੋਂ ਪਹਿਲਾਂ ਸਾਡੇ ਖਿਲਾਫ 'ਚ ਇਹ ਗੱਲ ਬਾਹਰ ਆ ਜਾਂਦੀ ਹੈ। ਕਿਸੇ ਪੱਧਰ ਦੇ ਉੱਤੇ ਵੀ ਮੰਨ ਲਓ ਸਰਕਾਰ ਇਹ ਗੱਲ ਸਾਜ਼ਿਸ਼ ਵਾਲੀ ਅੱਗੇ ਵਧਾ ਦਿੰਦੀ ਹੈ। ਅਸੀਂ ਕਦੇ ਨਹੀਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਬੇਅਦਬੀ 'ਚ ਸ਼ਾਮਲ ਨੇ ਜਾਂ ਉਹਨਾਂ ਵੱਲੋਂ, ਲੇਕਿਨ ਲੋਕ ਪੁੱਛਦੇ ਆ ਕਿ ਜਿਹੜਾ ਡੇਰਾ ਸਿਰਸਾ ਵਾਲੇ ਦੀ ਮਾਫੀ ਆ ਜਾਂ ਜਿਹੜਾ ਵੱਖ-ਵੱਖ ਮੌਕਿਆਂ ਦੇ ਉੱਤੇ ਪੋਲੀਟੀਕਲ ਤੌਰ ਤੇ ਸਮਰਥਨ ਨੇ ਇੱਕ ਦੂਜੇ ਦੇ, ਔਰ ਬਹੁਤ ਸਾਰੀਆਂ ਗੱਲਾਂ ਇਹਨਾਂ ਨੂੰ ਜੋੜਿਆ ਜਾ ਰਿਹਾ, ਜਾਂ ਬਹੁਤ ਸਾਰੀਆਂ ਐਸੀਆਂ ਗੱਲਾਂ ਜਿਹਦੇ 'ਚ ਤੁਹਾਨੂੰ ਯਾਦ ਹੋਵੇ ਕਿ ਸਵਾਂਗ ਗੁਰੂ ਗੋਬਿੰਦ ਸਿੰਘ ਦਾ ਰਚਣ ਦਾ ਜਿਹੜਾ ਪ੍ਰੋਗਰਾਮ ਸੀ, ਜਾਂ ਬਾਕੀ ਕੁਝ ਕੇਸ ਵਾਪਸ ਲਏ, ਕਈ ਚੀਜ਼ਾਂ ਐਸੀਆਂ ਨੇ। ਸੋ ਕਿਹੜੀ ਕੰਨੀ ਕਿੱਥੋਂ ਫੜ ਕੇ ਜੋੜੀ ਗਈ ਆ, ਇਹ ਬਹੁਤ ਦਿਲਚਸਪ ਆ ਦੇਖਣਾ, ਕਿਉਂਕਿ ਕੋਰਟ ਇੱਕ ਜਗ੍ਹਾ ਤੇ ਕਹਿ ਚੁੱਕੀ ਆ, ਮਾਣਯੋਗ ਉੱਚ ਅਦਾਲਤ, ਜਦੋਂ ਉਹਨਾਂ ਨੇ ਕੁੰਵਰ ਵਿਜੇ ਪ੍ਰਤਾਪ ਵਾਲੀ ਰਿਪੋਰਟ ਰੱਦ ਕੀਤੀ ਸੀ, ਜਾਂਚ ਰਿਪੋਰਟ, ਉਦੋਂ ਉਹਨਾਂ ਨੇ ਕਿਹਾ ਸੀ ਕਿ ਜੇ ਮੁੱਖ ਮੰਤਰੀ ਆਪਣੇ ਡੀਜੀਪੀ ਨੂੰ ਫੋਨ ਨਹੀਂ ਕਰੂਗਾ ਤੇ ਇਹ ਚੀਜ਼ਾਂ ਨੂੰ ਤਾਂ ਆਧਾਰ ਨਹੀਂ ਬਣਾਇਆ ਜਾ ਸਕਦਾ। ਸੋ ਇੱਥੇ ਤੁਹਾਡੀ ਟਿੱਪਣੀ? ਦੇਖੋ, ਅਕਾਲੀ ਦਲ ਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਹੈ ਕਿ ਵੀ ਕੀ ਕਿੱਥੇ ਤੇ ਕਿਉਂ ਹੋ ਰਿਹਾ। ਖਟੜਾ ਉਹਨਾਂ ਦੀ ਗੱਲ ਤੁਸੀਂ ਪਹਿਲੀ ਕਰਕੇ ਹਟੇ ਹੋ ਕਿ ਉਹ ਉਹਨਾਂ ਦੇ ਕਦੀ ਬੜੇ ਪਿਆਰੇ ਅਫਸਰ ਹੁੰਦੇ ਸੀਗੇ ਔਰ ਉਹਨਾਂ ਦੇ ਉੱਤੇ ਕਾਫੀ ਭਰੋਸਾ ਵੀ ਕੀਤਾ ਜਾਂਦਾ ਸੀਗਾ। ਜਦ ਏਦਾਂ ਦੇ ਭਰੋਸੇਮੰਦ ਅਫਸਰ ਆਪਣੀ ਲਾਇਲਟੀ ਚੇਂਜ ਕਰਦੇ ਨੇ ਤੇ ਉਹ ਕਿਸੇ ਵੀ ਸਿਰੇ ਤੇ ਜਾ ਸਕਦੇ ਨੇ। ਏਜੀ ਉਹਨਾਂ ਦੀ ਵੀ ਤੁਸੀਂ ਗੱਲ ਕੀਤੀ ਕਿ ਉਹਨਾਂ ਦੇ ਵੀ ਖਾਸ ਹੋ ਸਕਦੇ ਨੇ, ਹੋ ਸਕਦਾ ਸਾਰੀ ਇਨਫੋਰਮੇਸ਼ਨ ਜਾਂ ਜੋ ਕੁਝ ਅੰਦਰ ਚੱਲ ਰਿਹਾ ਹੈ ਉਹ ਵੀ ਕੁਝ ਪਾਸ ਕੀਤਾ ਗਿਆ ਹੋਇਆ ਅਕਾਲੀ ਆਗੂਆਂ ਨੂੰ। ਔਰ ਅਕਾਲੀ ਆਗੂਆਂ ਦਾ ਅੱਜ ਪ੍ਰੈਸ ਕਾਨਫਰੰਸ ਕਰਦਾ, ਇਸ ਤਿੰਨੋਂ ਚਾਰੋਂ ਕੜੀਆਂ ਨੂੰ ਤੁਸੀਂ ਜੋੜਦੇ ਹੋ ਤੇ ਤੁਸੀਂ ਇਹ ਮੰਨ ਕੇ ਚੱਲੋ ਕਿ ਬੜੀ ਛੇਤੀ ਬੇਅਦਬੀਆਂ ਦੇ ਮੁੱਦੇ ਦੇ ਉੱਤੇ, ਕਿਉਂਕਿ ਇਹ ਇੱਕ ਮੁੱਦਾ ਕਾਂਗਰਸ ਔਰ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇੱਕ ਬਹੁਤ ਵੱਡੇ ਮੁੱਦੇ ਦੇ ਰੂਪ ਵਿੱਚ ਪੇਸ਼ ਕੀਤਾ ਹੋਇਆ ਹੈ। ਇਸ ਮੁੱਦੇ ਤੇ ਕੋਈ ਨਾ ਕੋਈ ਐਕਸ਼ਨ ਇਸ ਮਹੀਨੇ ਦੇ ਵਿੱਚ ਹੀ ਹੋਣ ਵਾਲਾ ਹੈ। ਉਹ ਹਫਤਾ ਵੀ ਹੋ ਸਕਦਾ ਹੈ, 2 ਦਿਨ ਵੀ ਹੋ ਸਕਦੇ ਨੇ, ਔਰ 18 ਤਰੀਕ ਤੋਂ ਪਹਿਲੇ ਇਹਨਾਂ ਮੁੱਦਿਆਂ ਦੇ ਉੱਤੇ ਕੁਝ ਨਾ ਕੁਝ, ਖਾਸ ਕਰਕੇ ਡਰੱਗ ਦੇ ਮੁੱਦੇ ਤੇ, ਬੇਅਦਬੀਆਂ ਦੇ ਮੁੱਦੇ, ਜਾਂ ਹੋਰ ਵੀ ਅਕਾਲੀ ਆਗੂ ਜਿਨ੍ਹਾਂ ਮੁੱਦਿਆਂ ਦੇ ਉੱਤੇ ਫਸਦੇ ਨਜ਼ਰ ਆ ਰਹੇ ਨੇ। ਹੁਣ ਫੜਨ ਫੜਾਉਣ ਦੀ ਰਾਜਨੀਤੀ ਤੇ ਉਸ ਤੋਂ ਪਹਿਲੇ ਹੀ ਸ਼ੁਰੂ ਹੋ ਚੁੱਕੀ ਹੈ। ਜਿਸ ਤਰੀਕੇ ਨਾਲ ਸੁਖਪਾਲ ਖਹਿਰਾ ਉਹਨਾਂ ਨੂੰ ਕੱਲ ਈਡੀ ਨੇ ਫੜਿਆ, ਉਹ ਚਾਰਜਸ ਪੁਰਾਣੇ ਸੀਗੇ, ਹੁਣ ਈਡੀ ਦਾ ਕਹਿਣਾ ਹੈ ਕਿ ਆਪਾਂ ਨਵੇਂ ਚਾਰਜਸ ਲਾ ਕੇ ਉਹਨਾਂ ਨੂੰ ਫੜਿਆ ਹੈ। ਗੱਲ ਐਵੇਂ ਕਿ ਸੁਖਪਾਲ ਖਹਿਰਾ ਉਹਨਾਂ ਨੇ ਜਿਸ ਤਰੀਕੇ ਨਾਲ ਕੇਂਦਰ ਦੇ ਨਵੇਂ ਕਾਨੂੰਨਾਂ ਦਾ ਵਿਰੋਧ ਕੀਤਾ ਸੀਗਾ, UAPA ਦਾ, ਉਸ ਤੋਂ ਬਾਅਦ ਕੁਝ ਲੋਕਾਂ ਨੂੰ ਛੱਡਣਾ ਵੀ ਪਿਆ ਸੀ ਤੇ ਉਹ ਬੀਜੇਪੀ ਦੀ ਅੱਖਾਂ ਦੇ ਵਿੱਚ ਖੜਕ ਦਿੱਤੇ ਸੀਗੇ। ਪਿੱਛੇ ਕੁਝ ਦਿਨਾਂ ਪਹਿਲੇ ਸੁਖਪਾਲ ਖਹਿਰਾ ਉਹਨਾਂ ਦੀ ਇੱਕ ਵੀਡੀਓ ਦੇਖੀ ਹੋਏਗੀ ਤੁਸੀਂ, ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਜੇ BSF ਦੇ ਰਾਹੀਂ ਡਰੋਨਾਂ ਨੂੰ ਨਹੀਂ ਕੰਟਰੋਲ ਕੀਤਾ ਜਾ ਸਕਦਾ ਤੇ ਘੱਟ ਤੋਂ ਘੱਟ ਫੜੇ ਹੋਏ ਡਰੋਨਾਂ ਨੂੰ ਇੱਕ ਵਾਰ ਉਹਨਾਂ ਦਾ ਇੱਕ ਟੈਸਟ ਕਰਕੇ ਦੇਖੋਗੇ ਵੀ ਉਹਨਾਂ ਦੀ ਰੇਂਜ ਕਿੰਨੀ ਹੈ, ਉਹ ਕਿੰਨੀ ਉੱਚੀ ਉੱਡ ਸਕਦੇ ਨੇ, ਕਿੰਨਾ ਭਾਰ ਚੱਕ ਸਕਦੇ ਨੇ। ਉਹਦੇ ਹਿਸਾਬ ਨਾਲ BSF ਦੀ 50 ਕਿਲੋਮੀਟਰ ਵਧਾਉਣ ਦੀ ਸ਼ਾਇਦ ਲੋੜ ਹੀ ਨਾ ਪਏ। ਯਾਨੀ ਉਹਨਾਂ ਗੱਲਾਂ ਨੂੰ ਵੀ ਬੀਜੇਪੀ ਨੇ ਆਪਣੀ ਕੈਂਪੇਨ ਜਾਂ ਆਪਣੀ ਗੱਲਾਂ ਨੂੰ ਅੱਗੇ ਵਧਾਉਣ ਦੇ ਵਿੱਚ ਇੱਕ ਰੋੜਾ ਸਮਝਿਆ ਸੀਗਾ। ਸ਼ਾਇਦ ਉਹ ਰੋੜਾ ਹੀ
ਅੱਜ ਸੁਖਪਾਲ ਸਿੰਘ ਖਹਿਰਾ ਉਹਨਾਂ ਦੀ ਅਰੈਸਟ ਦਾ ਕਾਰਨ ਬਣਿਆ। ਕਿਉਂਕਿ ਸੁਖਪਾਲ ਸਿੰਘ ਖਹਿਰਾ ਉਹਨਾਂ ਦੇ ਬਾਰੇ 'ਚ ਇਹ ਗੱਲ ਮਸ਼ਹੂਰ ਹੈ, ਜਦ ਉਹ ਕੋਈ ਗੱਲ ਚੱਕਦੇ ਨੇ ਤੇ ਢੁਕਵੀਂ ਚੱਕਦੇ ਨੇ, ਸਬੂਤਾਂ ਦੇ ਆਧਾਰ ਤੇ ਚੱਕਦੇ ਨੇ, ਔਰ ਸਵਾਲ ਵੀ ਬੜੇ ਪੁੱਛਦੇ ਨੇ, ਔਰ ਉਹ ਸਵਾਲ ਜਿਹੜੇ ਦੂਜੀ ਪਾਰਟੀ ਨੂੰ ਜਾਂ ਜਿਨ੍ਹਾਂ ਨੂੰ ਜਵਾਬ ਨਾ ਦੇਣਾ ਆਉਂਦਾ ਹੋਏ ਉਹ ਔਖੇ ਲੱਗਦੇ ਹੋਣ, ਫਿਰ ਏਦਾਂ ਦੀ ਅਰੈਸਟ, ਏਦਾਂ ਦੀ ਫੜੋ ਤੇ ਹੁੰਦੀ ਹੈ। ਪਰ ਜਿੱਥੇ ਤੱਕ ਸੁਖਬੀਰ ਬਾਦਲ ਉਹਨਾਂ ਦੀ ਗੱਲ ਹੈਗੀ ਹੈ, ਇਹ ਫੜੋ ਬੜੀ ਛੇਤੀ ਹੋਣ ਵਾਲੀ ਹੈ। ਜੋ ਦੋਨੋਂ ਪਾਰਟੀਆਂ ਦੇ ਵਿੱਚ ਜਿਸ ਤਰੀਕੇ ਨਾਲ ਐਕਟੀਵਿਟੀਜ਼ ਉੱਚੇ ਲੈਵਲ ਤੇ ਪਹੁੰਚ ਗਈ ਹੈ, ਵਿਧਾਨ ਸਭਾ ਦੇ ਵਿੱਚ ਜੋ ਕੱਲ ਸੀਨ ਤੁਸੀਂ ਦੇਖਿਆ, ਹਾਥਾਪਾਈ ਹੁੰਦੇ ਬਚੇ ਅਕਾਲੀ ਆਗੂ ਤੇ ਆਪਣੇ ਕਾਂਗਰਸੀ ਲੀਡਰ। ਇਹ ਜਿਹੜੇ ਹਾਲਾਤ ਨੇ, ਇਹ ਉਸ ਗੱਲ ਵੱਲ ਇੰਡੀਕੇਟ ਕਰ ਰਹੇ ਨੇ ਜਿਨ੍ਹਾਂ ਦਾ ਜ਼ਿਕਰ ਅੱਜ ਅਕਾਲੀ ਆਗੂਆਂ ਨੇ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਕੀਤਾ, ਕਿ ਉਹਨਾਂ ਦੇ ਵੱਡੇ ਆਗੂ ਨੂੰ ਹੱਥ ਪਾਉਣ ਵਾਸਤੇ ਸਰਕਾਰ ਕੋਈ ਸਾਜ਼ਿਸ਼ ਰਚ ਰਹੀ ਹੈ। ਅਸੀਂ ਇਹਨੂੰ ਸਾਜ਼ਿਸ਼ ਤੇ ਨਹੀਂ ਕਹਿ ਸਕਦੇ, ਪਰ ਹਾਂ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਕਾਫੀ ਤੇਜ਼ੀ ਆਈ ਹੈ। ਸੁਖਜਿੰਦਰ ਰੰਧਾਵਾ ਉਹਨਾਂ ਦਾ ਅੱਜ ਬਠਿੰਡਾ ਜਾ ਕੇ ਇਹ ਗੱਲ ਕਹਿਣਾ ਕਿ ਹੁਣ ਟਾਈਮ ਆ ਗਿਆ ਹੈ ਕਿ ਬੇਅਦਬੀਆਂ ਦੇ ਦੋਸ਼ੀ ਨੂੰ ਫੜਨ ਦਾ, ਤੇ ਮੈਨੂੰ ਲੱਗਦਾ ਟਾਈਮ ਤੇ ਆ ਗਿਆ। ਬਿਲਕੁਲ ਠੀਕ ਹੈ, ਲੇਕਿਨ ਇੱਕ ਚੀਜ਼ ਬਹੁਤ ਮਾਨੇ ਖੇਜ ਆ ਕਿ ਜਦੋਂ ਤੁਸੀਂ ਸੱਤਾ 'ਚ ਹੁੰਦੇ ਹੋ ਔਰ ਤੁਸੀਂ ਲੋਕਾਂ ਪ੍ਰਤੀ ਜਵਾਬਦੇਹ ਹੁੰਦੇ ਹੋ, ਤਾਂ ਫਿਰ ਤੁਹਾਡੀ ਡਿਊਟੀ ਬਣਦੀ ਆ ਕਿ ਜਿੱਥੇ ਵੀ ਚੋਰ-ਮੋਰੀਆਂ, ਜਿੱਥੇ ਵੀ ਕ੍ਰਾਈਮ ਹੋਇਆ, ਭਾਵੇਂ ਉਹ ਕਰਪਸ਼ਨ ਦੇ ਰੂਪ 'ਚ ਹੋਣ ਜਾਂ ਜਿਨ੍ਹਾਂ ਕੇਸਾਂ ਦੀ ਗੱਲ ਨਸ਼ਿਆਂ ਤੋਂ ਲੈ ਕੇ, ਉਹਨਾਂ ਸਾਰਿਆਂ ਦੇ ਉੱਤੇ ਤੁਹਾਨੂੰ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰਨਾ ਬਣਦਾ। ਲੋਕਾਂ ਦਾ ਭਰੋਸਾ ਹੀ ਤਾਂ ਬਣਦਾ ਹੈ। 4.5 ਸਾਲ ਦੀ ਸੁਸਤ ਸਰਕਾਰ, ਉਸ ਤੋਂ ਬਾਅਦ ਹੁਣ ਇਹ 2 ਮਹੀਨਿਆਂ ਦਾ ਇੱਕ ਫਰਾਟੇਦਾਰ ਇੰਜਣ। ਹੁਣ ਕੱਲ ਉਹ ਕਾਂਗੜ ਸਾਹਿਬ ਨੇ ਕਿਹਾ ਸੀਗਾ ਕਿ ਸਾਡਾ ਪੁਰਾਣਾ ਇੰਜਣ ਜਿਹੜਾ ਉਹਦੀ ਐਵਰੇਜ ਘੱਟ ਸੀਗੀ, ਉਹ ਸਲੋ ਚੱਲਦਾ ਸੀ, ਅਸੀਂ ਨਵਾਂ ਇੰਜਣ ਜਿਹੜਾ ਬਹੁਤ ਬਿਹਤਰ ਲਾ ਲਿਆ, ਐਵਰੇਜ ਬੜੀ ਦਿੰਦਾ ਹੈ। ਦੇਖੋ, ਗੱਲਾਂ ਤਾਂ ਐਵੇਂ ਵਿਅੰਗ 'ਚ ਕਈਆਂ ਹੁੰਦੀਆਂ, ਅਰਥ ਉਹਨਾਂ ਦੇ ਬਹੁਤ ਵੱਡੇ ਆ। ਕਿ ਕਿਉਂ ਕਹਿੰਦੇ ਆ ਕਿ ਨੌਜਵਾਨ ਸਿਆਸਤ ਵਿੱਚ ਰਹਿਣੇ ਚਾਹੀਦੇ ਆ, ਜੋਸ਼ ਬਣਿਆ ਰਹਿਣਾ ਚਾਹੀਦਾ। ਜਦੋਂ ਬਿਕਰਮ ਸਿੰਘ ਮਜੀਠੀਆ ਸਿਆਸਤ ਵਿੱਚ ਆਉਂਦੇ ਆ ਤਾਂ ਉਹ ਬੜੀ ਕਾਹਲੀ 'ਚ ਸੀਗੇ, ਉਹਨਾਂ ਨੇ ਤੇਜ਼ੀ ਨਾਲ ਅੱਗੇ ਵਧੇ, ਔਰ ਜਿੱਥੇ ਵੀ ਵੱਡੇ ਘਰਾਂ ਦੇ ਕਾਕੇ ਸੀਗੇ ਸਾਰੇ ਉਹਨਾਂ ਦੇ ਦੁਆਲੇ ਜੁੜ ਗਏ, ਵੱਡੀਆਂ ਕਾਰਾਂ, ਵੱਡੀਆਂ ਕੋਠੀਆਂ। ਉਹਦੇ ਖਮਿਆਜ਼ੇ ਭੁਗਤਣੇ ਪੈਂਦੇ ਆ, ਪਤਾ ਨਹੀਂ ਹੁੰਦਾ ਕੌਣ ਕਿੱਥੇ ਜੁੜਿਆ ਹੋਇਆ, ਕਿਹਦੇ ਤਾਰ ਕਿੱਥੇ ਜੁੜਿਆ। ਰਾਤੋਂ ਰਾਤ ਅਮੀਰ ਬਣਨ ਦੀ ਲਾਲਸਾ ਨੇ ਇੱਥੇ ਕ੍ਰਾਈਮ ਵੀ ਬੜਾ ਪੈਦਾ ਕੀਤਾ। ਸਿਆਸਤਾਂ ਦੇ ਵਿੱਚ ਇਸ ਤਰ੍ਹਾਂ ਦੇ ਬਹੁਤ ਸਾਰੀਆਂ ਸੰਭਾਵਨਾਵਾਂ ਬਣ ਜਾਂਦੀਆਂ, ਲੇਕਿਨ ਜਦੋਂ ਬੰਦਾ ਸੁਰਤ ਸੰਭਲਦਾ, ਜਦੋਂ ਤੱਕ ਉਹਦਾ ਲੱਕ ਸਿੱਧਾ ਹੁੰਦਾ, ਜਦੋਂ ਤੱਕ ਉਹਨੂੰ ਸਮਝ ਆਉਣ ਲੱਗਦੀ, ਉਦੋਂ ਤੱਕ ਵੇਲਾ ਵਿਹਾ ਚੁੱਕਿਆ ਹੁੰਦਾ, ਨੁਕਸਾਨ ਬਹੁਤ ਹੋ ਚੁੱਕੇ ਹੁੰਦੇ ਆ। ਅਕਾਲੀ ਦਲ ਨੂੰ ਵੀ ਇਸ ਤਰ੍ਹਾਂ ਦੀ ਜਿਹੜੀ ਕਾਲੀ ਰਾਜਨੀਤੀ ਸੀ, ਤੇਜ਼ ਤਰਾਰੀ ਨਾਲ, ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਨੇ 5 ਵਾਰ ਮੁੱਖ ਮੰਤਰੀ ਬਣ ਕੇ ਪੰਜਾਬ ਦੇ ਗਲਿਆਰਿਆਂ 'ਚ, ਸਿਆਸੀ ਗਲਿਆਰਿਆਂ 'ਚ ਇਹ ਸਾਬਤ ਕਰਤਾ ਸੀ ਕਿ ਠੰਡੀ ਰਾਜਨੀਤੀ ਦਾ ਜਿਹੜਾ ਆਪਣਾ ਹੀ ਤੌਰ ਤਰੀਕਾ ਹੁੰਦਾ ਹੈ। ਢਿੰਡ ਨੂੰ ਗੰਢ ਦੇ ਕੇ ਰੱਖ ਕੇ, ਜ਼ਿਆਦਾ ਨਾ ਬੋਲ ਕੇ ਜਿਹੜੀ ਕੀਤੀ ਸਿਆਸਤ ਆ, ਉਹਦੀ ਉਮਰ ਜ਼ਿਆਦਾ ਹੁੰਦੀ ਹੈ। ਲੇਕਿਨ ਬਿਕਰਮ ਸਿੰਘ ਮਜੀਠੀਏ ਦੀ ਤੇਜ਼ ਤਰਾਰੀ ਨੇ ਅਕਾਲੀ ਦਲ ਨੂੰ ਕਾਫੀ ਪਿੱਛੇ ਸੁੱਟਿਆ। ਸੁਖਬੀਰ ਸਿੰਘ ਬਾਦਲ ਅੱਜ ਬੇਸ਼ੱਕ ਕਈ ਝਮੇਲਿਆਂ 'ਚ ਹੋਣਗੇ, ਬਟ ਫਿਰ ਵੀ ਇਹਦੇ ਤੇ ਸਿਆਸੀਕਰਨ ਜਾਂ ਬਾਕੀ ਚੀਜ਼ਾਂ ਦੀ ਗੱਲ ਤਾਂ ਤੁਰਦੀ ਰਹੇਗੀ। ਲੇਕਿਨ ਭਾਸਕਰ ਸਾਹਿਬ, ਮੈਂ ਆਖਰੀ ਗੱਲ ਤੁਹਾਡੇ ਨਾਲ ਜਿਹੜੀ ਕਰਨੀ ਹੈ, ਇਹ ਤਾਂ ਹੁਣ ਦੇਖਣਾ ਹੀ ਆ ਕਿ ਰਾਜਨੀਤੀ ਦੇ ਅਗਲੇ ਦਿਨ ਕਿੰਨੇ ਕੁ ਤਿੱਖੇ ਤੇਜ਼ ਤਰਾਰ ਹੋਣ ਵਾਲੇ ਆ, ਕਿੰਨੇ ਕੁ ਲੋਕ ਸਜ਼ਾ ਤੱਕ ਪਹੁੰਚ ਸਕਣਗੇ ਕਿ ਨਹੀਂ। ਗੱਲ ਕਿਸੇ ਨੂੰ ਫੜ ਲੈਣ ਜਾਂ ਜ਼ਮਾਨਤ ਮਿਲ ਜਾਣ ਤੱਕ ਨਹੀਂ ਹੁੰਦੀ, ਕੋਈ ਮੁੱਦਾ ਬਣ ਜਾਣ ਤੱਕ ਨਹੀਂ ਹੁੰਦੀ। ਲੇਕਿਨ ਜਿਹੜੀ ਸਭ ਤੋਂ ਦਿਲਚਸਪ ਗੱਲ ਹੋਈ ਆ ਕਿ ਕੱਲ ਵਿਧਾਨ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮਐਲਏ ਡੋਲਦੇ ਨਜ਼ਰ ਆਏ। ਕੁਝ ਤਾਂ ਡੋਲ ਗਏ, ਬਾਕੀਆਂ ਦੀ ਵੀ ਗੱਲ ਚੱਲਦੀ ਰਹੀ। ਅੱਜ ਅਮਨ ਅਰੋੜਾ ਵੱਲੋਂ ਕਾਫੀ ਜਗ੍ਹਾ ਗੱਲ ਚੱਲਦੀ ਰਹੀ, ਹੋਰ ਵੀ 2 ਐਮਐਲਏਸ ਬਾਰੇ ਗੱਲ ਚੱਲਦੀ ਰਹੀ ਕਿ ਜਿਨ੍ਹਾਂ ਦੇ ਤਾਰ ਜੁੜਦੇ ਜੜਦੇ ਰਹੇ ਆ। ਕੇਜਰੀਵਾਲ ਸਾਹਿਬ ਨੇ ਆਪਣੇ 10 ਸਿਟਿੰਗ ਐਮਐਲਏ ਦੁਬਾਰਾ ਟਿਕਟ ਨਵਾਜ ਕੇ ਖੁਸ਼ ਕਰਤੇ। ਉਹ ਕਿੰਨੇ ਖੁਸ਼ ਹੋਏ ਆ, ਕਿੰਨੇ ਨਹੀਂ ਹੋਏ, ਇਸ ਗੱਲ ਦਾ ਅੰਦਾਜ਼ਾ ਨਹੀਂ, ਪਰ ਮੇਰੇ ਕੋਲੇ ਪੁਖਤਾ ਜਾਣਕਾਰੀ ਆ ਕਿ ਕੇਜਰੀਵਾਲ ਕੱਲ ਤੋਂ ਜਿਹੜੀ ਇੱਕ ਰਾਤ ਨੂੰ ਉਹਨਾਂ ਦੀ ਸਿਟਿੰਗ ਹੋਈ ਆ, ਉਹਦੇ ਵਿੱਚ ਇਹ ਗੱਲ ਵਿਚਾਰੀ ਗਈ ਆ ਕਿ ਹੁਣ ਮੌਕਾ ਆ ਗਿਆ ਪੰਜਾਬ ਦੇ ਵਿੱਚ ਕੇਜਰੀਵਾਲ ਸਾਹਿਬ ਬੈਠ ਜਾਣ ਜਾ ਕੇ। ਔਰ ਉਹਨਾਂ ਦਾ ਜਿਹੜਾ ਤੁਰੰਤ ਮੋਗੇ ਦਾ ਦੌਰਾ ਸੀ 14 ਤਰੀਕ ਵਾਲਾ, ਉਹਨੂੰ ਰੱਦ ਕਰਤਾ ਗਿਆ ਕਿ ਐਤਕੀ ਪੱਕੇ ਪੈਰੀ ਜਾਓ। ਜੋ ਪੰਜਾਬ ਸਰਕਾਰ ਕਰ ਰਹੀ ਆ, ਜੋ ਪੰਜਾਬ ਸਰਕਾਰ ਦੇ ਪੈਂਤੜੇ ਆ, ਉਹਨਾਂ ਦੇ ਸਾਹਮਣੇ ਹੁਣ ਗਰੰਟੀਆਂ ਨਾਲ ਗੱਲ ਨਹੀਂ ਬਣਨੀ, ਹੁਣ ਤੁਹਾਨੂੰ ਨਿੱਠ ਕੇ ਕੋਈ ਐਲਾਨ ਕਰਨੇ ਪੈਣੇ। ਤੇ ਵੱਡੀ ਗੱਲ ਨਹੀਂ ਕਿ ਆਉਂਦੇ ਦਿਨਾਂ 'ਚ ਕੇਜਰੀਵਾਲ ਇਹ ਕਹਿ ਦੇਣ ਬਹਿ ਕੇ ਚੰਡੀਗੜ੍ਹ ਜਾਂ ਕਿਸੇ ਹੋਰ ਜਗ੍ਹਾ ਤੇ, ਭਾਵੇਂ ਮੋਗੇ ਹੀ ਕਹਿ ਦੇਣ ਕਿ ਮੈਂ ਪੰਜਾਬ ਦੇ ਵਿੱਚ ਡੇਰਾ ਲਾਉਣ ਲਈ ਤਿਆਰ ਹਾਂ। ਔਰ ਦੂਜੀ ਗੱਲ ਇਹ ਵੀ ਕਹਿ ਦੇਣ ਕਿ ਫਾਰ ਦਾ ਟਾਈਮ ਬੀਇੰਗ, ਵਕਤੀ ਤੌਰ ਤੇ ਜਿਹੜੇ ਵਾਅਦੇ ਹੋ ਰਹੇ ਆ, ਜਿਹੜੇ ਐਲਾਨ ਹੋ ਰਹੇ ਆ, ਇਹਨਾਂ ਨੇ ਕਿਸੇ ਨੇ ਸਿਰੇ ਨਹੀਂ ਚੜ੍ਹਨਾ। ਇਹ ਵਕਤੀ ਰਾਜਨੀਤੀ ਆ, ਇਹਦੇ ਲਈ ਸਰੋਤ ਕਿਤੇੋਂ ਨਹੀਂ ਆਉਣੇ, ਸਰੋਤ ਤੁਹਾਡੇ ਅੰਦਰ ਪਏ ਆ। ਕੇਜਰੀਵਾਲ ਸ਼ਾਇਦ ਭ੍ਰਿਸ਼ਟਾਚਾਰ ਨੂੰ ਸਭ ਤੋਂ ਨੰਬਰ 1 ਤੇ ਬਣਾਉਣ ਦੀ ਕੋਸ਼ਿਸ਼ ਕਰਨਗੇ। ਉਹ ਬਹੁਤ ਸਾਰੀਆਂ ਗੱਲਾਂ ਇਹ ਵੀ ਕਰਨਗੇ ਕਿ ਕਿੰਨੇ ਐਮਐਲਏ
ਕਾਂਗਰਸ ਤੇ ਦੂਜੀਆਂ ਪਾਰਟੀਆਂ ਦੇ ਜਿਹੜੇ ਨੇ ਉਹ ਰੇਤੇ ਦੀ ਸਮਗਲਿੰਗ 'ਚ ਸ਼ਾਮਲ ਨੇ, ਉਹ ਬਾਕੀ ਸਾਰੇ ਮਾਫੀਆਜ਼ ਨਾਲ ਜੁੜੇ ਨੇ। ਔਰ ਮੈਂ ਇਹਨਾਂ ਸਾਰਿਆਂ ਦਾ ਲੱਕ ਤੋੜ ਦੇਵਾਂਗਾ। ਔਰ ਮੈਂ ਅਗਲੇ ਜੇ ਮੈਨੂੰ ਮੌਕਾ ਮਿਲਦਾ ਹੈ ਤੇ ਮੈਂ ਲਗਭਗ 20 ਸਾਲਾਂ 'ਚ ਹੋਈ ਸਾਰੀ ਕਰਪਸ਼ਨ ਤੇ ਜਿਹੜੇ ਪੋਲੀਟੀਸ਼ੀਅਨ ਔਰ ਬਿਊਰੋਕਰੈਟਸ ਇਹਦੇ 'ਚ ਦੋਸ਼ੀ ਪਾਏ ਗਏ, ਉਹਨਾਂ ਸਾਰਿਆਂ ਦੀਆਂ ਜਾਇਦਾਦਾਂ ਕੁਰਕ ਕਰਾਉਣ ਤੱਕ ਜਾਊਂਗਾ। ਮੈਂ ਸਾਲ ਦੇ ਵਿੱਚ ਕੋਈ ਇਹੋ ਜਿਹੀ ਗਰੰਟੀ ਵੀ ਦੇ ਸਕਦੇ ਆ ਕਿ ਮੈਂ ਸਾਲ ਦੇ ਵਿੱਚ ਸਾਰੇ ਦੇਸ਼ ਨੂੰ ਦਿਖਾ ਦਿਆਂਗਾ ਕਿ ਰਾਜ ਕਿਵੇਂ ਹੁੰਦੇ ਆ, ਔਰ ਪੰਜਾਬ ਨੂੰ ਸੱਚਮੁੱਚ ਜਿਹੜਾ ਬਦਲਾਅ ਚਾਹੀਦਾ ਉਹ ਬਦਲਾਅ ਮੈਂ ਦੇ ਸਕਦਾ ਤੇ ਮੈਂ ਬਹਿ ਕੇ ਦੇਵਾਂਗਾ। ਚਿਹਰਾ ਅਣਐਲਾਨਿਆ ਕੇਜਰੀਵਾਲ ਖੁਦ ਹੋ ਸਕਦੇ ਆ, ਕਿਉਂਕਿ ਉਹਨਾਂ ਨੂੰ ਹੁਣ ਬਹੁਤਾ ਯਕੀਨ ਨਹੀਂ ਰਿਹਾ ਪੰਜਾਬ ਦੀ ਰਾਜਨੀਤੀ 'ਚ ਜਿਸ ਤਰ੍ਹਾਂ ਨਾਲ ਤੇਜ਼ੀ ਆ ਗਈ ਆ। ਉਹਨਾਂ ਨੂੰ ਲੱਗਦਾ ਕਿ ਹੁਣ ਮੈਂ ਇੱਥੇ ਬੈਠ ਕੇ ਆਪਣੇ ਚਿਹਰੇ ਦੇ ਦਮ ਤੇ ਲੜ ਸਕਦਾ। ਜੇ ਜਦੋਂ ਕਹਿੰਦੇ ਹੁੰਦੇ ਨਾ, ਜੇ ਕੁਝ ਨਜ਼ਰ ਨਾ ਆਉਂਦਾ ਹੋਵੇ ਤੇ ਆਖਰੀ ਦਾਗ ਖੇਡ ਦੇਣਾ ਚਾਹੀਦਾ, ਕੇਜਰੀਵਾਲ ਉਹਦੇ ਲਈ ਤਿਆਰ ਹੋ ਰਹੇ ਨੇ। ਤੁਹਾਡੀ ਟਿੱਪਣੀ? ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ। ਆਮ ਆਦਮੀ ਪਾਰਟੀ ਭਾਵੇਂ ਲੱਗਦਾ ਸੀਗਾ ਕਿ ਇਹ ਡਾਰਕ ਹੋਰਸ ਹੋਏਗੀ, ਯਾਨੀ ਇਸ ਪੂਰੇ ਝਗੜੇ ਦੇ ਵਿੱਚ ਜਦ ਕਾਂਗਰਸ ਦੇ ਵਿੱਚ ਅੰਦਰੂਨੀ ਝਗੜਾ ਚੱਲਦਾ ਹੈ ਔਰ ਅਕਾਲੀ ਦਲ ਦਾ ਕੋਈ ਬਹੁਤਾ ਨੈਰੇਟਿਵ ਸੈੱਟ ਨਹੀਂ ਹੋ ਪਾ ਰਿਹਾ, ਤੇ ਇਹਦੇ ਵਿੱਚ ਹਿਡਨ ਫੋਰਸ ਦੇ ਰੂਪ ਵਿੱਚ ਆਮ ਆਦਮੀ ਪਾਰਟੀ ਅੱਗੇ ਆ ਸਕਦੀ ਹੈ। ਪਰ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੀ 2-4 ਦਿਨਾਂ ਤੋਂ ਭੱਜ ਦੌੜ ਸ਼ੁਰੂ ਹੋਈ ਹੈ ਔਰ ਘਬਰਾਹਟ ਸ਼ੁਰੂ ਹੋਈ ਹੈ, ਔਰ ਉਸ ਤੋਂ ਇਲਾਵਾ ਮੁੱਖ ਮੰਤਰੀ ਦਾ ਚਿਹਰਾ ਨਹੀਂ ਐਲਾਨਿਆ ਜਾ ਸਕਿਆ, ਇਹ ਆਪਣੇ ਆਪ ਵਿੱਚ ਆਮ ਆਦਮੀ ਪਾਰਟੀ ਨੂੰ ਇੱਕ ਚਿੰਤਾ ਦੇ ਵਿੱਚ ਪਾਉਣ ਦਾ ਮੌਕਾ ਤੇ ਸੀਗਾ। ਔਰ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਇਹਦੀ ਖਬਰ ਮੈਨੂੰ ਵੀ ਹੈਗੀ ਹੈ ਕਿ ਬੜੀ ਗਹਿਰੀ ਚਿੰਤਾ ਦੇ ਵਿੱਚ ਕੇਜਰੀਵਾਲ ਉਹਨਾਂ ਪੈ ਗਏ ਨੇ। ਜਿਹੜਾ 14 ਤਰੀਕ ਦਾ ਦੌਰਾ ਸੀਗਾ ਉਹ ਰੱਦ ਇਸ ਕਰਕੇ ਕੀਤਾ ਕਿ ਪੱਕੇ ਪੈਰੀ ਪੰਜਾਬ ਦੇ ਵਿੱਚ ਆ ਕੇ ਨਾ ਕੇਵਲ ਮੁੱਖ ਮੰਤਰੀ ਨੂੰ ਐਲਾਨਣਾ, ਯਾਨੀ ਮੁੱਖ ਮੰਤਰੀ ਕੌਣ ਹੋਏਗਾ ਉਹਦਾ ਜ਼ਿਕਰ ਕਰਨਾ, ਔਰ ਆਪਣੇ ਘਰ ਨੂੰ ਆਰਡਰ ਦੇ ਵਿੱਚ ਲੈ ਕੇ ਆਉਣਾ, ਉਹਦੇ ਵਾਸਤੇ ਉਹ ਆ ਰਹੇ ਨੇ। ਪਿੱਛੇ ਇੱਕ ਗੱਲ ਇਹ ਵੀ ਸੁਣੀ ਸੀਗੀ ਕਿ ਛੋਟੇਪੁਰ ਉਹਨਾਂ ਵੀ ਸ਼ਾਇਦ ਆਮ ਆਦਮੀ ਪਾਰਟੀ 'ਚ ਵਾਪਸ ਆ ਸਕਦੇ ਨੇ, ਪਰ ਉਹਨਾਂ ਦੀ ਗੱਲ ਅਕਾਲੀ ਦਲ ਦੇ ਨਾਲ ਵੀ ਚੱਲਦੀ ਸੀਗੀ। ਯਾਨੀ ਹੁਣ ਜਿਹੜੀ ਗੱਲ ਅਸੀਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਕੀਤੀ ਸੀ, ਤੁਸੀਂ ਦਸੰਬਰ ਦੇ ਪਹਿਲੇ ਹਫਤੇ ਦੇ ਵਿੱਚ ਬਹੁਤ ਸਾਰੇ ਏਦਾਂ ਦੇ ਲੀਡਰ ਦੇਖੋਗੇ ਜਿਹੜੇ ਇੱਕ ਪਾਰਟੀ ਛੱਡ ਕੇ ਦੂਜੀ ਪਾਰਟੀ ਦੇ ਵਿੱਚ ਬੈਠੇ ਹੋਣਗੇ, ਔਰ ਪਤਾ ਨਹੀਂ ਕੌਣ ਕਿੱਦਾਂ ਅਲਾਈਅੰਸ ਕਿੱਦਾਂ ਹੋਏਗਾ। ਹੁਣ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਇਹ ਤੇ ਐਲਾਨ ਕਰਤਾ ਕਿ ਆਪਣੀ ਪੋਲੀਟੀਕਲ ਪਾਰਟੀ ਬਣਾਉਣਗੇ, ਔਰ ਭਾਜਪਾ ਤੇ ਹੋਰ ਢੀਂਡਸਾ ਗਰੁੱਪ ਜਾਂ ਬ੍ਰਹਮਪੁਰਾ ਗਰੁੱਪ ਦੇ ਨਾਲ ਉਹਨਾਂ ਦਾ ਸੀਟ ਐਡਜਸਟਮੈਂਟ ਹੋ ਸਕਦਾ ਹੈ। ਪਰ ਉਸ ਤੋਂ ਬਾਅਦ ਪਾਰਟੀ ਦਾ ਕੀ ਬਣਿਆ, ਕਿਹੜੇ ਐਮਐਲਏ ਉਹਨਾਂ ਦੇ ਨਾਲ ਜਾ ਰਹੇ ਨੇ, ਕਿਹੜੇ ਲੋਕਾਂ ਨੂੰ ਜੋੜਨਗੇ, ਤੇ ਉਹ ਵੇਟ ਐਂਡ ਵਾਚ ਦੀ ਰਾਜਨੀਤੀ ਨੂੰ ਫੋਲੋ ਕਰਨਾ ਉਹਨਾਂ ਦੀ ਹੁਣ ਕੰਪਲਸ਼ਨ ਬਣੀ ਹੋਈ ਹੈ। ਪਰ ਹਾਲਾਤ ਪੰਜਾਬ ਦੇ ਰਾਜਨੀਤਿਕ ਅੱਜ ਦੀ ਡੇਟ ਵਿੱਚ ਕਾਂਗਰਸ ਨੂੰ ਨੰਬਰ 1 ਦਿੰਦੇ ਨੇ। ਕਾਂਗਰਸ ਨੇ ਜੋ ਕੁਝ ਕੱਲ ਵਿਧਾਨ ਸਭਾ ਦੇ ਵਿੱਚ ਐਗਰੈਸ਼ਨ ਦਿਖਾਇਆ, ਉਸ ਐਗਰੈਸ਼ਨ ਨੇ ਦੂਜੀ ਪਾਰਟੀਆਂ ਦੇ ਵਿੱਚ ਆਪਣੇ ਆਪ ਵਿੱਚ ਇੱਕ ਹੌਲ ਜੇ ਪੈਣ ਵਾਲੀ ਗੱਲ ਹੁੰਦੀ ਹੈ, ਜਾਂ ਪਰੇਸ਼ਾਨੀ ਵਾਲੀ ਗੱਲ ਹੁੰਦੀ ਹੈ, ਜਾਂ ਲੇਟ ਹੋਲੀ ਵਾਲੀ ਗੱਲ ਹੁੰਦੀ ਹੈ ਕਿ ਆਪਾਂ ਲੇਟ ਹੋ ਗਏ, ਉਹ ਗੱਲਾਂ ਤੇ ਜ਼ਰੂਰ ਦੂਜੀ ਪਾਰਟੀਆਂ ਨੂੰ ਚਿੰਤਾ ਦਾ ਵਿਸ਼ਾ ਬਣੇ ਹੋਈ ਹੈ। ਪਰ ਕਾਂਗਰਸ ਕੱਲ ਨੰਬਰ ਜ਼ਰੂਰ ਲੈ ਗਈ ਜਦ ਸਿੱਧੂ ਹੋਣਾ, ਚੰਨੀ ਹੋਣਾ ਔਰ ਸੁਖਜਿੰਦਰ ਰੰਧਾਵਾ ਹੋਣਾ ਇੱਕ ਪੇਜ ਤੇ ਨਜ਼ਰ ਆ ਰਹੇ ਸੀਗੇ, ਤੇ ਕਾਂਗਰਸ ਦੇ ਵਿੱਚ ਖੁਸ਼ੀ ਦੀ ਲਹਿਰ ਜ਼ਰੂਰ ਫੈਲ ਗਈ ਸੀ। ਬਿਲਕੁਲ ਭਾਸਕਰ ਸਾਹਿਬ, ਇੱਕ ਚੀਜ਼ ਤਾਂ ਸਾਫ਼ ਦਿਸ ਰਹੀ ਹੈ ਕਿ ਜਦੋਂ ਦੂਜੀਆਂ ਪਾਰਟੀਆਂ ਦੇ ਐਮਐਲਏ ਜਦੋਂ ਤੁਹਾਨੂੰ ਮੰਨਣਾ ਸ਼ੁਰੂ ਕਰ ਦੇਣ, ਤੇ ਉਦੋਂ ਜਿਹੜੀ ਇੱਕ ਖੜੋਤ ਸੀ ਪੰਜਾਬ ਦੀ ਪੋਲਿਟਿਕਸ ਵਿੱਚ, ਪੰਜਾਬ ਦੀ ਪੋਲਿਟਿਕਸ ਖੜੋਤ ਦਾ ਸ਼ਿਕਾਰ ਸੀ, ਉਹਦੇ ਵਿੱਚ ਇੱਕ ਤਬਦੀਲੀ ਆ ਗਈ। ਕਹਿੰਦੇ ਸੀ ਇਸ ਵਾਰੀ ਹਵਾ ਦਾ ਰੁਖ ਕਿਸੇ ਪਾਸੇ ਨਹੀਂ, ਲੇਕਿਨ ਕੱਲ ਹਵਾ ਦਾ ਰੁਖ ਬਦਲਦਾ ਨਜ਼ਰ ਆਇਆ। ਔਰ ਇਹ ਭਾਵੇਂ ਕੋਈ ਰਣਨੀਤੀਕਾਰ ਦੇ ਸੁਝਾਏ ਹੋਏ ਫਾਰਮੂਲੇ ਤਹਿਤ ਹੀ ਹੋਵੇ, ਸਭ ਕੁਝ ਪ੍ਰੀ ਪਲਾਨਡ ਹੋਵੇ ਜਿਵੇਂ ਆਪਾਂ ਜ਼ਿਕਰ ਕਰਦੇ ਰਹੇ ਹਾਂ, ਲੇਕਿਨ ਇਹ ਰਣਨੀਤੀ ਵਧੀਆ ਕੰਮ ਕਰ ਗਈ ਹੈ। ਕਾਂਗਰਸ ਲਈ ਇਹ ਰਣਨੀਤੀ ਨੇ ਵਰਕ ਕੀਤਾ ਹੈ। ਹੁਣ ਇਹਦੇ ਵਿੱਚ ਜਦੋਂ ਦੂਜੀਆਂ ਪਾਰਟੀਆਂ ਦੇ ਐਮਐਲਏ ਰੁਚਿਤ ਨੇ, ਜਿੱਥੇ ਵੀ ਜਗ੍ਹਾ ਕਿਸ ਨੂੰ ਮਿਲ ਰਹੀ ਆ ਉੱਥੇ ਉਹ ਦਾਲ ਲਾ ਰਿਹਾ, ਇਹਦਾ ਫਿਕਰ ਦੂਜੀਆਂ ਪਾਰਟੀਆਂ 'ਚ ਜਾਣਾ ਬੜਾ ਜ਼ਰੂਰੀ ਹੈ। ਲੇਕਿਨ ਜਿਹੜੀ ਗੱਲ ਮੈਂ ਲਾਸਟ ਕਰਕੇ ਹਟਿਆ ਕਿ ਕੇਜਰੀਵਾਲ ਇਸ ਵਾਰੀ ਪੱਕੇ ਪੈਰੀ ਪੰਜਾਬ ਆਉਣਗੇ, ਤੇ ਮੇਰੇ ਕੋਲ ਇਸ ਗੱਲ ਦੀ ਪੁਖਤਾ ਜਾਣਕਾਰੀ ਹੈ ਕਿ ਜਿਹੜੇ ਭਗਵੰਤ ਮਾਨ ਆ, ਉਹ ਇਸ ਤੋਂ ਪਹਿਲਾਂ ਕੇਜਰੀਵਾਲ ਸਾਹਿਬ ਨੂੰ ਕਹਿ ਚੁੱਕੇ ਆ ਕਿ ਜੇਕਰ ਤੁਸੀਂ ਆਉਂਦੇ ਹੋ ਮੈਨੂੰ ਕੋਈ ਇਤਰਾਜ਼ ਨਹੀਂ, ਤੁਸੀਂ ਆਪਣੇ ਆਪ ਨੂੰ ਅਨਾਉਂਸ ਕਰ ਦਿਓ, ਮੈਂ ਤੁਹਾਡੀ ਲੀਡਰਸ਼ਿਪ ਥੱਲੇ ਜ਼ੋਰ ਲਾ ਕੇ ਕੰਮ ਕਰਾਂਗਾ। ਔਰ ਮੇਰੇ ਖਿਆਲ ਇਹੀ ਆਮ ਆਦਮੀ ਪਾਰਟੀ ਨੂੰ ਵਾਰਾ ਖਾਂਦੀ ਵੀ ਗੱਲ ਆ। ਲੇਕਿਨ ਇਹ ਗੱਲ ਵੀ ਭਗਵੰਤ ਮਾਨ ਨੇ ਕਿਸੇ ਪੱਧਰ ਤੇ ਕੇਜਰੀਵਾਲ ਨੂੰ ਕਹੀ ਆ ਕਿ ਜਾਂ ਫਿਰ ਕੋਈ ਚਿਹਰਾ ਦੇਣਾ ਤੇ ਦੇ ਦਿਓ, ਘੱਟੋ ਘੱਟ ਸਾਨੂੰ ਕਲੀਅਰ ਤਾਂ ਹੋ ਜੇ ਵੀ ਕਰਨਾ ਕੀ ਆ। ਜੇ ਮੈਨੂੰ ਕਰਨਾ ਤਾਂ ਮੈਨੂੰ ਕਰ ਦਿਓ, ਜੋ ਖੋਰ ਦੇਣਾ ਹੈ। ਲੇਕਿਨ ਭਗਵੰਤ ਮਾਨ ਕੇਜਰੀਵਾਲ ਦੀ ਅਗਵਾਈ 'ਚ ਕੰਮ ਕਰਨ ਨੂੰ ਖੁਸ਼ ਨੇ। ਹੁਣ ਕੇਜਰੀਵਾਲ ਇਸ ਗੱਲ ਦਾ ਐਲਾਨ ਸੰਕੇਤਕ ਭਾਸ਼ਾ 'ਚ ਕਰਦੇ ਆ ਕਿ ਉਹ ਹੋਣਗੇ ਚਿਹਰਾ,
ਜਾਂ ਉਹ ਸਾਫ਼-ਸਾਫ਼ ਹੀ ਕਹਿ ਦੇਣਗੇ ਕਿ ਮੈਂ ਨਿੱਠ ਕੇ ਬੈਠੂਗਾ, ਮੈਂ ਪੰਜਾਬ ਦੀ ਰਾਜਨੀਤੀ ਜਿਹੜੀ ਸਾਲਾਂ ਦਹਾਕਿਆਂ ਤੋਂ ਬਦਲਾਅ ਮੰਗਦੇ ਲੋਕ ਆ ਉਹ ਦੇਵਾਂਗਾ, ਮੈਂ ਭ੍ਰਿਸ਼ਟਾਚਾਰ ਮੁਕਤ ਰਾਜਨੀਤੀ ਦੇਵਾਂਗਾ ਤੇ ਮੇਰਾ ਏਜੰਡਾ ਵੀ ਪੰਜਾਬ ਦੇ ਵਿੱਚ ਰੈਵਨਿਊ ਦੀ ਲੀਕੇਜ ਨੂੰ ਰੋਕਣਾ, ਰੈਵਨਿਊ ਵਧਾਉਣਾ ਔਰ ਲੋਕਾਂ ਤੇ ਬੋਝ ਪਾਏ ਬਿਨਾਂ ਵਧਾਉਣਾ, ਲੋਕਾਂ ਦੀਆਂ ਜੇਬਾਂ 'ਚ ਜਾ ਰਿਹਾ ਜਿਹੜਾ ਧਨ ਆ ਮਾਈਨਿੰਗ ਰੂਪ 'ਚ, ਮਾਫੀਆ ਰੂਪ ਦੇ ਵਿੱਚ, ਉਹਨੂੰ ਰੋਕ ਕੇ ਲੋਕਾਂ ਨੂੰ ਸਹੂਲਤਾਂ ਦੇਣੀਆਂ ਔਰ ਉਹ ਸਸਟੇਨੇਬਲ ਸਹੂਲਤਾਂ ਜਿਨ੍ਹਾਂ ਦੇ ਵਿੱਚ ਇਹ ਨਹੀਂ ਹੋਊਗਾ ਕਿ ਵਕਤੀ ਦੇਤੀਆਂ ਤੇ ਮੁੜ ਕੇ ਜਦੋਂ ਸਰਕਾਰ ਆ ਗਈ ਤੇ ਰੋਕ ਲਈਆਂ, ਜੇ ਸਰਕਾਰ ਨਹੀਂ ਆਈ ਤਾਂ ਦੂਜੀ ਪਾਰਟੀ ਨੇ ਆਪਣਾ ਚਲਾਤਾ। ਸੋ ਮੈਨੂੰ ਲੱਗਦਾ ਕਿ ਪੰਜਾਬ ਦੀ ਰਾਜਨੀਤੀ ਭਾਸਕਰ ਸਾਹਿਬ ਦਿਲਚਸਪ ਹੋਊਗੀ, ਤੁਸੀਂ ਮੇਰੇ ਨਾਲ ਸਹਿਮਤ ਹੋਵੋਗੇ। ਬਿਲਕੁਲ ਗੱਲ ਠੀਕ ਹੈ ਤੁਹਾਡੀ। ਔਰ ਰਾਜਨੀਤੀ ਆਪਣੇ ਅੰਤਿਮ ਦੌਰ ਜਾਂ ਫਾਈਨਲ ਮੈਚ ਜਿਹੜਾ ਹੁੰਦਾ ਹੈ ਉਸ ਤਰਫ ਜਾ ਰਹੀ ਹੈ। ਜਿਹੜੀ ਟੀਮਾਂ ਸੈੱਟ ਹੋਣੀਆਂ, ਕੌਣ ਕਿਹਦੀ ਟੀਮ ਵਿੱਚ ਕੌਣ ਕਪਤਾਨ ਤੇ ਕੌਣ ਪਹਿਲੇ ਫਸਟ ਨੰਬਰ ਤੇ ਬੈਟਿੰਗ ਕਰੇਗਾ, ਉਹ ਸਾਰੀ ਚੀਜ਼ਾਂ ਤੈਅ ਹੋ ਰਹੀ ਹੈ। ਔਰ ਕਾਂਗਰਸ ਦੇ ਵਿੱਚ ਜਿਹੜੀ ਲੜਾਈ 3-4 ਮਹੀਨਿਆਂ ਤੋਂ ਚੱਲ ਰਹੀ ਸੀ ਉਹ ਵੀ ਅੰਤਿਮ ਦੌਰ ਤੇ ਪਹੁੰਚ ਗਈ। ਸੁਖਬੀਰ ਬਾਦਲ ਉਹਨਾਂ ਨੂੰ ਅਰੈਸਟ ਕਰਨ ਦੀ ਗੱਲ, ਇਹ ਵੀ ਇੱਕ ਅੰਤਿਮ ਦੌਰ ਤੇ ਪਹੁੰਚ ਗਈ। ਬੇਅਦਬੀਆਂ ਦੇ ਮੁੱਦੇ ਨੂੰ 4.5 ਸਾਲ 5 ਸਾਲ ਕਾਂਗਰਸ ਨੇ ਖੂਬ ਭੁਨਾਇਆ ਤੇ ਹੁਣ ਉਹਦਾ ਵੀ ਰਿਜ਼ਲਟ ਕੱਢਣ ਵਾਲੀ ਗੱਲ ਹੁਣ ਤੁਰ ਪਈ ਹੈ। ਭਾਵੇਂ ਉਹ ਟੈਂਪਰੇਰੀ ਰਿਜ਼ਲਟ ਹੋਏ ਔਰ ਇੱਕ ਵਾਰ ਐਕਸ਼ਨ ਲੈ ਕੇ ਉਹ ਕੇਸ ਕੋਰਟਾਂ ਦੇ ਵਿੱਚ ਅਗਲੇ ਸਾਲ ਤੱਕ ਔਰ ਕਈ ਸਾਲਾਂ ਤੱਕ ਚੱਲਦਾ ਰਹੇ, ਪਰ ਨਾਲ ਦੇ ਨਾਲ ਬੇਅਦਬੀਆਂ ਦੇ ਕਥਿਤ ਦੋਸ਼ੀਆਂ ਨੂੰ ਸਜ਼ਾ ਦਿਲਾਉਣ ਦਾ ਕ੍ਰੈਡਿਟ ਉਹ ਕਾਂਗਰਸ ਜ਼ਰੂਰ ਐਤਕੀ ਲੈਣਾ ਚਾਹੇਗੀ। ਔਰ ਜਿਹੜੀ ਸਟੇਜ ਸੱਜ ਰਹੀ ਹੈ ਸਾਰੀ ਸਿਆਸੀ ਪਾਰਟੀਆਂ ਦੀ, ਉਹ ਆਪਣੇ ਆਪ ਵਿੱਚ ਆਪਣੇ ਆਪ ਨੂੰ ਨੰਬਰ 1 ਤੇ ਦੇਖਦੇ ਨੇ, ਪਰ ਨੰਬਰ 1 ਤੇ ਕੌਣ ਆਉਂਦੇ ਹੈ ਇਹ ਤੇ ਲੋਕਾਂ ਦੇ ਹੱਥ 'ਚ ਹੈ। ਔਰ ਲੋਕ ਇਸ ਸਾਰੇ ਡਰਾਮੇ ਨੂੰ, ਸਾਰੀ ਸਾਜ਼ਿਸ਼ਾਂ ਨੂੰ, ਸਾਰੀ ਗੱਲਾਂ ਨੂੰ ਬੜੇ ਗੌਰ ਨਾਲ ਦੇਖ ਰਹੇ। ਭਾਸਕਰ ਸਾਹਿਬ ਬਹੁਤ ਮਿਹਰਬਾਨੀ। ਅਸੀਂ ਕਿਸੇ ਵੀ ਪਾਰਟੀ, ਵਿਅਕਤੀ ਵਿਸ਼ੇਸ਼ ਜਾਂ ਕਿਸੇ ਵੀ ਸਮੂਹ ਦੇ ਖਿਲਾਫ ਨਹੀਂ ਔਰ ਨਾ ਅਸੀਂ ਕਿਸੇ ਨੂੰ ਦੋਸ਼ੀ ਮੰਨਦੇ ਆ ਜਿੰਨਾ ਚਿਰ ਅਦਾਲਤਾਂ ਉਹਨਾਂ ਨੂੰ ਦੋਸ਼ੀ ਨਾ ਕਹਿ ਦੇਣ, ਨਾ ਅਸੀਂ ਕਿਸੇ ਦੇ ਹੱਕ 'ਚ ਨਾ ਖਿਲਾਫ ਹੈ, ਨਾ ਕਾਹੂ ਸੇ ਦੋਸਤੀ ਨਾ ਕਾਹੂ ਸੇ ਬੈਰ। ਸੋ ਇਹ ਸਾਡੀ ਇੱਕ ਨੀਤੀ ਹੈ। ਲੇਕਿਨ ਫਿਰ ਵੀ ਜੋ ਵੀ ਸਾਡੀ ਚਰਚਾ ਦੇ ਵਿੱਚ ਵਿਸ਼ਾ ਆਉਂਦਾ ਹੈ, ਜਿੰਨੀ ਕੁ ਸਮਝ ਅਸੀਂ ਉਹਦੇ ਬਾਰੇ ਰੱਖਦੇ ਹਾਂ ਉਹਦੇ ਤੇ ਜ਼ਰੂਰ ਗੱਲ ਕਰਦੇ ਹਾਂ। ਹਾਂ, ਇੱਕ ਗੱਲ ਯਕੀਨੀ ਬਣਾ ਲਈ ਜਾਂਦੀ ਹੈ ਕਿ ਸੰਬੰਧਿਤ ਤੱਥਾਂ ਨੂੰ ਘੋਖ ਲਿਆ ਜਾਵੇ, ਸੰਬੰਧਤਾਂ ਤੋਂ ਜਾਣਕਾਰੀ ਲੈ ਲਈ ਜਾਵੇ। ਜਿਹੜੀ ਖਬਰ ਆ ਉਹਦੇ ਆਲੇ ਦੁਆਲੇ ਦੇ ਅੰਕੜੇ, ਉਹਦੇ ਪਰਦੇ ਦੇ ਥੱਲੇ ਜੋ ਵਾਪਰਦਾ ਹੈ ਉਹਦੇ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰੀਦਾ ਤੇ ਸਾਡੇ ਸਰੋਤ ਉਹੀ ਹੁੰਦੇ ਆ ਜਿੱਥੇ ਕੁਝ ਵਾਪਰ ਰਿਹਾ ਹੁੰਦਾ। ਉਹ ਲੋਕ, ਉਹਨਾਂ ਦੇ ਨੇੜੇ ਵਾਲੇ ਲੋਕ ਜਾਂ ਜਿਹੜੀ ਖਬਰ ਸਾਡੇ ਤੱਕ ਪੁੱਜਦੀ ਉਹਨੂੰ ਕ੍ਰਾਸ ਚੈੱਕ ਕਰਕੇ ਅੱਗੇ ਲਿਆਉਣਾ। ਤੁਹਾਨੂੰ ਕਿਧਰੇ ਕੋਈ ਸਾਡੇ ਇਹਦੇ 'ਚ ਕੋਈ ਸੁਝਾਅ ਦੀ ਲੋੜ ਹੋਵੇ, ਤੁਹਾਨੂੰ ਲੱਗੇ ਕਿਤੇ ਕਮੀ ਪੇਸ਼ੀ ਆ, ਤੁਸੀਂ ਦੱਸੋਗੇ ਤਾਂ ਸਾਨੂੰ ਖੁਸ਼ੀ ਹੋਊਗੀ। ਲੇਕਿਨ ਨਾਲ ਦੀ ਨਾਲ ਇਸ ਗੱਲ ਦੀ ਵੀ ਖੁਸ਼ੀ ਹੋਊਗੀ ਕਿ ਤੁਸੀਂ ਸਾਡੇ ਵਿਚਾਰਾਂ ਨੂੰ ਖੁੱਲੇ ਮਨ ਨਾਲ ਆਪਣੇ ਜ਼ਿਹਨ ਦੇ ਵਿੱਚ, ਆਪਣੇ ਮੁਲਾਂਕਣ 'ਚ ਲਿਆਓ। ਜਿੱਥੇ ਤੁਹਾਨੂੰ ਠੀਕ ਨਹੀਂ ਲੱਗਦਾ, ਰਾਏ ਠੀਕ ਨਹੀਂ ਲੱਗਦੀ, ਤੁਸੀਂ ਖੁੱਲ ਕੇ ਆਪਣੀ ਰਾਏ ਦੇ ਦਿਓ। ਲੇਕਿਨ ਸਾਡੀ ਕਹੀ ਹੋਈ ਗੱਲ ਅੰਤਮ ਸੱਚ ਨਹੀਂ। ਸਿਆਸਤ ਆ, ਘਟਨਾਵਾਂ ਦੀ ਤਰਤੀਬ ਆ, ਉਹ ਤਰਤੀਬ ਬਦਲਦੀ ਰਹਿੰਦੀ ਆ। ਇਹ ਪਲ ਪਲ 'ਚ ਬਦਲਦੀ ਤਰਤੀਬ ਦੇ ਵਿੱਚ ਸਾਡੀ ਖਬਰ ਕਿਸੇ ਵੇਲੇ 2 ਘੰਟੇ ਅੱਗੇ ਪਿੱਛੇ ਨਾਲ ਉਹਦੇ ਅਰਥ ਹੀ ਬਦਲ ਜਾਂਦੇ ਆ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ।